ਭਗਵੰਤ ਮਾਨ ਹੋਰੀ ਕਹਿ ਰਹੇ ਨੇ ਕਿ ਅਸੀਂ ਕੇਂਦਰ ਦੇ ਨਾਲ ਮਿਲ ਕੇ ਚੱਲਾਂਗੇ ਤੇ ਉਸ ਤਰ੍ਹਾਂ ਨਾ ਪੰਜਾਬ ਦਾ ਵਿਕਾਸ ਕਰਾਵਾਂਗੇ। ਕੱਖ ਨਹੀਂ ਦਿੰਦੇ, ਉਹ ਡੱਕਾ ਨਹੀਂ ਦਿੰਦੇ। ਉਹ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਉਹਨਾਂ ਦੇ ਨਾਲ ਭਾਈਵਾਲ ਸੀਗੇ ਤਾਂ ਨਹੀਂ ਉਹਨਾਂ ਨੇ ਕੁਝ ਦਿੱਤਾ। ਇਹਨਾਂ ਨੂੰ ਉਹ ਕੀ ਦੇਣਗੇ? ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਲੱਗਦਾ ਕਿ ਵੱਧ ਅਧਿਕਾਰਾਂ ਬਿਨਾਂ ਪੰਜਾਬ ਦਾ ਹੱਲ ਨਹੀਂ ਹੈ ਹੀ ਨਹੀਂ। ਪੰਜਾਬ ਛੱਡੋ, ਬਾਕੀ ਸੂਬਿਆਂ ਨੂੰ ਵੀ ਹੱਲ ਹੈ ਨਹੀਂ। ਪੰਜਾਬ ਦੇ ਵਿੱਤ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਅਸੀਂ ਪਿਛਲੇ ਸਾਲ ਦੇ ਪਹਿਲੇ 3 ਮਹੀਨਿਆਂ ਨਾਲੋਂ ਇਸ ਸਾਲ ਪਹਿਲੇ 3 ਮਹੀਨਿਆਂ ਦੇ ਵਿੱਚ ਰੈਵਨਿਊ ਬਹੁਤ ਜ਼ਿਆਦਾ ਜਨਰੇਟ ਕੀਤਾ ਕਿ ਸਾਡੀਆਂ ਨੀਤੀਆਂ ਕਾਹਦੇ ਨਾਲ ਰੈਵਨਿਊ ਜਨਰੇਟ ਕੀਤਾ ਯਾਰ? ਮੈਨੂੰ ਇਹ ਦੱਸੋ, ਜਿਹੜਾ GST ਹੈ ਉਹ ਤਾਂ ਸੈਂਟਰਲ ਗਵਰਨਮੈਂਟ ਕੋਲੇ ਜਾਂਦਾ ਹੈ। ਇਹਨਾਂ ਕੋਲੇ ਸੋਰਸਸ ਆਫ ਰੈਵਨਿਊ ਕੀ ਹੈ? ਇੱਕ ਸਟੈਂਪ ਡਿਊਟੀ ਰਜਿਸਟਰੀਆਂ ਤੇ ਜਿਹੜੀ ਲੱਗਦੀ ਹੈ, ਤੇ ਦੂਜੀ ਸ਼ਰਾਬ ਐਕਸਾਈਜ਼, ਤੀਜੀ ਮਾਈਨਿੰਗ। ਇਹਨਾਂ ਕੋਲ ਹਿੰਦੁਸਤਾਨ ਦੀ ਇਹੀ ਫੈਡਰਲ ਢਾਂਚੇ ਦਾ ਮੁੱਦਾ ਹੈ। ਜਿਹੜਾ ਵੈਟ ਔਰ ਸੇਲ ਟੈਕਸ ਸਟੇਟ ਸਬਜੈਕਟ ਸੀਗਾ, GST ਦੇ ਨਾਂ ਤੇ ਸੈਂਟਰ ਖੋ ਕੇ ਰਹਿ ਗਿਆ। ਇਹ ਤਾਂ ਭੀਖ ਦਾ ਕਟੋਰਾ ਲੈ ਕੇ ਬੈਠੇ ਨੇ। ਭਗਵੰਤ ਮਾਨ ਕਹਿੰਦਾ ਵੀ ਅੱਜ ਸਾਡੇ ਖਜ਼ਾਨੇ 'ਚ 300 ਕਰੋੜ ਆ ਗਿਆ, 50 ਲੱਖ ਦੀ ਲੱਕੜ ਆ ਗਈ। ਕਿੱਥੋਂ ਆ ਗਿਆ? ਇਹ ਜ਼ਮੀਨ ਤਾਂ ਹੈ ਲੋਕਾਂ ਦੀ, ਪਰ ਭਗਵੰਤ ਮਾਨ ਸਰਕਾਰ ਕਹਿੰਦੀ ਹੈ ਜੀ ਪੰਚਾਇਤੀ ਜ਼ਮੀਨ ਹੈ। ਆਹੀ ਕਹਿੰਦੇ ਆ ਨਾ। ਸੋ ਜਾਂ ਇਹ ਲੋਕਾਂ ਦੀ ਹੈ ਜਾਂ ਪੰਚਾਇਤ ਦੀ ਹੈ। ਪੰਜਾਬ ਸਰਕਾਰ ਦੀ ਤਾਂ ਹੈ ਨਹੀਂ। ਪੰਜਾਬ ਸਰਕਾਰ ਕਿੱਥੋਂ ਆ ਗਈ? ਕੋਈ ਵੀ ਵਪਾਰ ਹੈ, ਕੋਈ ਵੀ ਇੰਡਸਟਰੀ ਹੈ, ਉਹਦੇ ਵਿੱਚ ਚੀਜ਼ ਥੋਕ ਚ ਲਈ ਜਾਂਦੀ ਹੈ ਤੇ ਪਰਚੂਨ ਚ ਵੇਚੀ ਜੀ। ਆਹੀ ਹੁੰਦਾ ਨਾ ਹੱਟੀ ਵਾਲਾ। ਜਿਹੜਾ ਐਗਰੀਕਲਚਰ ਮਾਡਲ ਪੰਜਾਬ ਕੋਲੇ ਅੱਜ ਹੈਗਾ ਜਾਂ ਇਸ ਮੁਲਕ 'ਚ ਹੈਗਾ, ਅੱਜ ਇਸ ਮੁਲਕ ਦਾ ਕਿਸਾਨ ਕਿਉਂ ਗੁਰਬਤ 'ਚ ਹੈ? ਉਹ ਹਰ ਚੀਜ਼ ਪਰਚੂਨ ਚ ਲੈਂਦਾ ਤੇ ਥੋਕ ਚ ਵੇਚਦਾ। ਉਹਦੀ ਜਿਹੜੀ ਪਰਚੇਜ਼ ਹੈ ਉਹ ਹੋਲਸੇਲ ਦੇ। ਸੋ ਇਕਨੋਮਿਕ ਮਾਡਲ ਡਿਫੈਕਟਿਵ ਹੈ। ਲੋੜ ਇਸ ਵੇਲੇ ਹੈਗੀ ਹੈ ਪੰਜਾਬ ਦੀ ਜਿਹੜੀ ਗੁਰਬਤ ਹੈ, ਜਿਹੜੀ ਗਰੀਬੀ ਹੈ, ਉਹਦੇ ਚੋਂ ਪੰਜਾਬ ਨੂੰ ਔਰ ਪੰਜਾਬੀ ਨੂੰ ਕੱਢਣ ਨੂੰ। ਸਟੇਟ ਡੈਟ 'ਚ ਹੈ। ਤੁਸੀਂ ਕੋਈ ਕੁਝ ਦੱਸਿਆ ਇਹਨਾਂ ਨੇ ਵੀ ਅਸੀਂ ਜਿਹੜੀ ਡੈਟ ਹੈ ਉਹ ਕਿਵੇਂ ਖਤਮ ਕਰਨੀ ਹੈ ਸਟੇਟ ਦੀ? ਕੋਈ ਏਜੰਡਾ ਹੈ ਆਮ ਆਦਮੀ ਕੋਲੇ? ਇਹ ਜਿਹੜਾ ਪੰਜਾਬ 'ਚ ਕਰਜ਼ਾ ਹੈ, ਇੰਨਾ ਵਿਆਜ ਜਾਂਦਾ ਹੈ, ਉਹ ਕਿਵੇਂ ਖਤਮ ਕਰਨਾ ਹੈ? ਤੁਸੀਂ ਅੱਜ ਅਮਰੀਕਾ ਚਲੇ ਜਾਓ, ਇੰਗਲੈਂਡ ਚਲੇ ਜਾਓ, ਆਸਟ੍ਰੇਲੀਆ ਚਲੇ ਜਾਓ, ਉੱਥੇ ਖੂਬ ਦੌਲਤ ਕਮਾ ਲਓ, ਉੱਥੋਂ ਦਾ ਪਾਸਪੋਰਟ ਲੈ ਲਓ। ਤੁਸੀਂ ਵਾਪਸ ਆ ਕੇ ਆਪਣੇ ਪਿੰਡ 'ਚ ਕਿੱਲਾ ਜ਼ਮੀਨ ਨਹੀਂ ਖਰੀਦ ਸਕਦੇ। ਇਹ ਕਦੀ ਹੋ ਸਕਦਾ? ਤੁਸੀਂ ਆਪ ਦੱਸੋ ਵੀ ਪਿੰਡ ਦੀ ਸਾਰੇ ਦੀ ਆਬਾਦੀ 60 ਕਿੱਲੇ ਹੋਵੇ ਤੇ ਉਹਦੇ ਵਿੱਚ ਜਿਹੜਾ ਕੀ ਕਹਿੰਦੇ ਨੇ ਆਪਣਾ ਪੰਚਾਇਤੀ ਜ਼ਮੀਨ 2800 ਕਿੱਲਾ ਹੋਵੇ। ਇਹ ਤੁਹਾਨੂੰ ਸੱਚ ਲੱਗਦਾ? ਫਿਰ ਜਿਹੜੀ ਇਹਨਾਂ ਨੇ ਲਿਸਟ ਜਾਰੀ ਕੀਤੀ ਹੈ ਉਹਦੇ ਵਿੱਚ ਇਹਨਾਂ ਨੇ ਟੋਟਲ ਕਰ ਰਹੇ ਹੋ 1500 ਕਿੱਲਾ ਬਣਦਾ। 2800 ਦਾ ਵੇਰਵਾ ਹੀ ਹੈ ਨਹੀਂ। ਜਿਸ ਤਰ੍ਹਾਂ ਦੇ ਜਿਹੜੇ ਮਾਮਲੇ ਜਾਂ ਵਿਵਾਦ ਪਾਰਟੀ ਦੇ ਨਾਲ ਜੁੜ ਗਏ, ਚਾਹੇ ਭਗਤ ਸਿੰਘ ਦਾ ਹੈ, ਚਾਹੇ ਇਹ ਹੈ। ਦੇਖੋ ਜੀ, ਮੈਂ ਬੜਾ ਕਲੀਅਰਲੀ ਦੱਸਦਾ ਤੁਹਾਨੂੰ, ਇਹ ਜਿੰਨੇ ਵਿਵਾਦ ਨੇ ਇਹ ਜਿਹੜੀਆਂ ਹਾਕਮ ਜਮਾਤਾਂ ਨੇ ਇਹਨਾਂ ਨੇ ਜਾਣ ਕੇ ਖੜੇ ਕੀਤੇ ਨੇ। ਭਗਤ ਸਿੰਘ ਦੀ ਗੱਲ ਹੈ, ਜੋ ਵੀ ਸਟੈਂਡ ਹੈਗਾ SR ਸਿਮਰਨਜੀਤ ਸਿੰਘ ਮਾਨ ਦਾ, ਉਹ ਅੱਜ ਦਾ ਨਹੀਂ ਹੈ, 20 ਸਾਲ ਤੋਂ। ਔਰ ਉਹਦੇ ਤੇ ਜਿੱਤ ਚੁੱਕੇ ਨੇ ਕੇਸ। ਭਗਤ ਸਿੰਘ ਦੇਖ ਲਓ 90 ਸਾਲ ਪੁਰਾਣੀ ਗੱਲ, ਅਰੂਰ ਸਿੰਘ 103 ਸਾਲ ਪੁਰਾਣੀ ਗੱਲ। ਠੀਕ ਹੈ ਨਾ ਜੀ? ਤੇ ਸਰਾਏ ਨਾਗਾ 45 ਸਾਲ ਪੁਰਾਣੀ ਗੱਲ। ਅੱਜ ਦਾ ਪੰਜਾਬ ਦੇ ਮੁੱਦੇ ਕੀ ਨੇ? ਪੰਜਾਬ ਦਾ ਮੁੱਦਾ ਹੈ ਗੁਰਬਤ, ਪੰਜਾਬ ਦਾ ਮੁੱਦਾ ਹੈ ਗਰੀਬੀ, ਪੰਜਾਬ ਦਾ ਮੁੱਦਾ ਹੈ ਹੈਲਥ ਕੇਅਰ, ਪੰਜਾਬ ਦਾ ਮੁੱਦਾ ਹੈ ਪੜ੍ਹਾਈ ਲਿਖਾਈ, ਐਜੂਕੇਸ਼ਨ। ਜਿਹੜੇ ਸਾਡੇ ਇੱਥੇ ਬੱਚੇ ਪੜ੍ਹ ਰਹੇ ਨੇ ਉਹ ਸਿਰਫ ਡਿਗਰੀਆਂ ਲੈ ਰਹੇ, ਉਹਨਾਂ 'ਚ ਕੋਈ ਸਕਿੱਲ ਸੈੱਟ ਨਹੀਂ ਹੈ। ਪੰਜਾਬ KTV ਦੇਖ ਰਹੇ ਹੋ, ਮੈਂ ਮਨਦੀਪ ਸਿੰਘ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਲੰਬੇ ਵਕਫੇ ਤੋਂ ਬਾਅਦ ਸਿਆਸਤ ਦੇ ਵਿੱਚ ਅਤੇ ਪੰਜਾਬ ਦੇ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੈ। ਜਦੋਂ ਕੋਈ ਪਾਰਟੀ ਚਰਚਾ ਦਾ ਵਿਸ਼ਾ ਬਣਦੀ ਤਾਂ ਅਕਸਰ ਕੁਝ ਵਿਵਾਦ ਉਹਨਾਂ ਲੋਕਾਂ ਦੇ ਨਾਲ ਜਾਂ ਪਾਰਟੀਆਂ ਦੇ ਨਾਲ ਜੁੜਦੇ ਨੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਵੀ ਇਹੀ ਕੁਝ ਹੋਇਆ, ਕੁਝ ਵਿਵਾਦ ਜੁੜੇ, ਪਰ ਚਰਚਾ ਬਹੁਤ ਜ਼ਿਆਦਾ ਪੰਜਾਬ ਦੇ ਹਰ ਵਿਸ਼ੇ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਚਰਚਾ ਹੋ ਰਹੀ ਹੈ। ਤਾਂ ਅੱਜ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਕੁਸ਼ਲਪਾਲ ਸਿੰਘ ਮਾਨ ਜੁੜੇ ਨੇ। ਉਹਨਾਂ ਦੇ ਨਾਲ ਜਾਣਾਂਗੇ ਕਿ ਇਹ ਚਰਚਾਵਾਂ ਪਾਰਟੀ ਵਾਸਤੇ ਫਾਇਦੇਮੰਦ ਰਹੀਆਂ ਨੇ, ਨੁਕਸਾਨ ਰਿਹਾ, ਜਾਂ ਪਾਰਟੀ ਇਹਨਾਂ ਚਰਚਾਵਾਂ ਨੂੰ ਕਿਵੇਂ ਦੇਖ ਰਹੀ ਹੈ ਅਤੇ ਪਾਰਟੀ ਦੀਆਂ ਭਵਿੱਖ ਵਾਲੀਆਂ ਰਣਨੀਤੀਆਂ ਕੀ ਨੇ। ਆਓ ਗੱਲਬਾਤ ਦੀ ਸਾਂਝ ਪਾਉਂਦੇ ਹਾਂ।
ਸਿੰਘ ਸਾਹਿਬ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹਾਂਗੇ ਕਿ ਲੰਬੇ ਸਮੇਂ ਤੋਂ ਬਾਅਦ ਸੱਤਾ ਦੇ ਵਿੱਚ ਆਏ ਹੋ ਜਾਂ ਪਾਵਰ ਹੈ ਜਿਹੜੀ ਜਾਂ ਲੋਕਾਂ ਦਾ ਸਾਥ ਮਿਲ ਰਿਹਾ ਤਾਂ ਲੰਬਾ ਸਮਾਂ ਗੈਰ ਹਾਜ਼ਰ ਰਹੇ ਜਾਂ ਲੋਕਾਂ ਦੇ ਜੋ ਚਰਚਾਵਾਂ ਤੋਂ ਇੱਕ ਪਾਸੇ ਰਹੇ ਜਾਂ ਹੁਣ ਚਰਚਾਵਾਂ ਦੇ ਵਿੱਚ ਆਏ ਤਾਂ ਪਾਰਟੀ ਕਿਵੇਂ ਮੈਨੇਜ ਕਿਵੇਂ ਕਰ ਰਹੀ ਹੈ ਖੁਦ ਨੂੰ ਜਾਂ ਕਿਵੇਂ ਚੱਲ ਰਿਹਾ ਹੁਣ ਪਾਰਟੀ ਦਾ ਸਭ ਕੁਝ? ਅਸੀਂ ਤਾਂ ਚੜ੍ਹਦੀ ਕਲਾ 'ਚ ਹਾਂ ਜੀ। ਬਾਕੀ ਜਿਹੜੀ ਦੁਸ਼ਮਣ ਜਮਾਤ ਹੈ ਅਸੀਂ ਤਾਂ ਉਹਨੂੰ ਦੁਸ਼ਮਣ ਜਮਾਤ ਨਹੀਂ ਸੀ ਸਮਝਦੇ, ਅਸੀਂ ਤਾਂ ਵਿਰੋਧੀ ਜਮਾਤ ਸਮਝਦੇ ਸੀ। ਕਿਹੜੀ ਜਮਾਤ? ਜਿਹੜੀ ਹਾਕਮ ਜਮਾਤ ਹੈ। ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਹੈ ਹੀ ਹੈ। ਜਿਸ ਤਰ੍ਹਾਂ ਜਿਸ ਲੈਵਲ ਤੇ ਉਹ ਗਿਰ ਰਹੇ ਨੇ ਮਤਲਬ ਉਹ ਇੰਨਾ ਨੀਵੇਂ ਲੈਵਲ ਤੇ ਚਲੇ ਗਏ ਨੇ ਵੀ ਉਹ ਲੱਗਦਾ ਹੀ ਨਹੀਂ ਵੀ ਉਹ ਕੋਈ ਪੋਲੀਟੀਕਲ ਪਾਰਟੀ ਹੈਗੀ। ਉਹ ਤਾਂ ਇੱਕ ਬਹੁਤ ਛੋਟੀ ਗਲੀ ਦੇ ਜਿਵੇਂ ਝਗੜੇ ਹੁੰਦੇ ਨੇ ਨਾ ਉਸ ਤਰ੍ਹਾਂ ਉਹ ਕਰ ਰਹੇ ਨੇ ਮਿਹਣੇ ਤੇ ਉਹ ਜਿਸ ਤਰ੍ਹਾਂ ਉਹ ਸਾਰਾ ਉਹਨਾਂ ਦਾ ਕੰਡਕਟ ਹੈਗਾ। ਤਾਂ ਜਿਹੜਾ ਜ਼ਮੀਨ ਵਾਲਾ ਵਿਵਾਦ ਹੋਇਆ ਇਹ ਵਿਵਾਦ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕਿਹਾ ਕਿ ਸਾਡੀ ਜ਼ਮੀਨ ਨਹੀਂ, ਸਾਡੇ ਝੂਠ ਬੋਲਿਆ ਜਾ ਰਿਹਾ। ਉੱਧਰ ਉਹ ਮੌਕੇ ਵਾਰਦਾਤ ਤੇ ਪਹੁੰਚ ਜਾਂਦੀ ਆਮ ਆਦਮੀ ਪਾਰਟੀ ਕਿ ਹਾਂ ਦੇਖੋ ਭਾਈ ਆਹ ਜਗ੍ਹਾ ਤੇ ਜ਼ਮੀਨ ਅਸੀਂ ਛਡਵਾ ਲਈ। ਦੇਖੋ ਜਿਹੜਾ ਉਹਨਾਂ ਨੇ ਐਲੀਗੇਸ਼ਨ ਲਾਇਆ ਹੈਗਾ ਉਹ ਇਹ ਲਾਇਆ ਜੀ ਵੀ 125 ਕਿੱਲਿਆਂ ਤੇ ਨਾਜਾਇਜ਼ ਕਬਜ਼ਾ। ਪਹਿਲੀ ਤਾਂ ਗੱਲ ਉਹ ਜਿਹੜੀ ਜ਼ਮੀਨ ਹੈ ਤੁਸੀਂ ਉਹਨਾਂ ਦਾ ਸਾਰਾ ਚੈੱਕ ਕਰੋ, ਉਹ ਸਿੰਗਲ ਖੇਵਟ ਹੈ 2828 ਏਕੜਾਂ ਦੀ ਔਰ ਉਹ ਪਿੰਡ ਦੀ ਜ਼ਮੀਨ ਹੈ। ਉਹ ਕਾਮਨ ਲੈਂਡ ਹੈ ਉਸ ਪਿੰਡ ਦੀ। ਖੇਵਟ ਕਿਹਦੇ ਨਾਮ ਹੈ? ਖੇਵਟ ਕੱਲੀ ਇੱਕ ਬੰਦੇ ਦੇ ਨਾਂ ਨਹੀਂ ਹੈਗੀ, ਉਹ 2828 ਕਿੱਲਿਆਂ ਦੀ ਸਿੰਗਲ ਖੇਵਟ ਹੈ। ਅੱਛਾ ਠੀਕ ਹੈ, ਇੱਕ ਵੱਡੀ ਖੇਵਟ ਹੈ ਕਿਉਂਕਿ ਜੰਗਲ ਦੀ ਖੇਵਟ ਇਕੱਠੀ ਹੈ ਜਾਨੀ ਕਿ ਖੇਵਟ ਇਕੱਠੀ। ਠੀਕ ਹੈ ਠੀਕ ਹੈ। ਤੇ ਇਹ ਸਾਰੇ ਔਰ ਜਮਾਬੰਦੀਆਂ 1892 ਤੋਂ ਮੌਜੂਦ ਨੇ ਜਿਹੜੀਆਂ ਜਿਨ੍ਹਾਂ 'ਚ ਪਿੰਡ ਦੇ ਲੋਕਾਂ ਦਾ ਮਾਲਕਾਨਾ ਹੱਕ ਹੈ। ਠੀਕ ਹੈ। ਸੋ ਇਹਦੇ ਵਿੱਚ ਸਰਦਾਰ ਇਮਾਨ ਸਿੰਘ ਮਾਨ ਦੇ ਨਾਂ ਤੇ 1.25 ਕਿੱਲਾ ਜ਼ਮੀਨ ਹੈ। 100 ਕਿੱਲਾ ਨਹੀਂ, ਕੱਲਾ 1.25 ਕਿੱਲਾ। ਉਹ ਵੀ ਉਹਨਾਂ ਦੇ ਦਾਦਾ ਜੀ ਸਰਦਾਰ ਜੋਗਿੰਦਰ ਸਿੰਘ ਮਾਨ ਨੇ ਅੱਜ ਤੋਂ 40-50 ਸਾਲ ਪਹਿਲਾਂ ਖਰੀਦੀ ਸੀ, ਜਿਹੜੀ ਉਹਨਾਂ ਨੂੰ ਵਿਰਾਸਤ 'ਚ ਆਈ ਹੈ ਜੀ। ਤੇ ਇਹ ਸੱਚ ਹੈ ਔਰ ਇਹ ਕੋਈ ਮੇਰੇ ਕਹਿਣ ਦੀ ਗੱਲ ਨਹੀਂ ਹੈ, ਕਿਸੇ ਹੋਰ ਦੇ ਕਹਿਣ ਦੀ ਗੱਲ ਨਹੀਂ ਹੈ, ਇਹ ਪਬਲਿਕ ਰਿਕਾਰਡ ਹੈ। ਇਹ ਤਾਂ ਕੋਈ ਵੀ ਜਣਾ ਜਾ ਕੇ ਫਰਦ ਕਢਾ ਕੇ ਦੇਖ ਸਕਦਾ ਹੈ ਕੋਈ ਬੜੀ ਨਗਲ ਛੋਟੀ ਨਗਲ 'ਚ ਇਮਾਨ ਸਿੰਘ ਮਾਨ ਦੇ ਨਾਂ ਤੇ ਕਿੰਨੀ ਜ਼ਮੀਨ ਹੈ। ਠੀਕ ਹੈ। ਸੋ ਸਿਰਫ ਇਹਨਾਂ ਨੇ ਝੂਠ ਔਰ ਫਰੇਬ ਕੀਤਾ ਇਹਦੇ ਵਿੱਚ ਔਰ ਬੜੀ ਸ਼ਰਮ ਦੀ ਗੱਲ ਹੈ ਕਿ ਚੀਫ ਮਿਨਿਸਟਰ ਵੀ ਇਨਵੋਲਵਡ ਹੈ, ਮਿਨਿਸਟਰ ਵੀ ਇਨਵੋਲਵਡ ਹੈ। ਕੱਲ੍ਹ ਅਸੀਂ ਆਪਦੀ ਪਟੀਸ਼ਨ ਫਾਈਲ ਕਰਨ ਗਏ ਸੀ ADC ਡਿਵੈਲਪਮੈਂਟ ਕੋਲੇ ਮੋਹਾਲੀ ਜੀ। ਉਹ ਲੌਂਗ ਲੀਵ 'ਤੇ ਚਲਾ ਗਿਆ। ਫਿਰ ਅਸੀਂ ਡਿਪਟੀ ਕਮਿਸ਼ਨਰ ਨੂੰ ਮਿਲੇ, ਤੁਹਾਡੀ ਕੋਈ ਪ੍ਰੈਸ ਵਾਲੇ ਵੀ ਨਾਲ ਸੀ। ਉਹ ਕਹਿੰਦਾ ਜੀ ਮੈਂ ਕੁਛ ਨਹੀਂ ਕਰ ਸਕਦਾ, ਮੈਂ ਨਹੀਂ ਕਹਿ ਸਕਦਾ ਕਿਸੇ ਨੂੰ ਤੁਹਾਡੀ ਪਟੀਸ਼ਨ ਲੈਣ ਨੂੰ। ਮੈਂ ਇਹ ਜ਼ਰੂਰ ਕਰ ਸਕਦਾ ਵੀ FCR ਤਾਂ ਉਹਨੂੰ ਕਹੀਏ ਵੀ ਇੱਥੇ ਕੋਈ ਬੰਦਾ ਉਹਦੀ ਜਗ੍ਹਾ ਲਗਾਓ। ਸੋ ਜਿਹੜਾ ਕੰਸਰਨਡ ਪ੍ਰੈਜ਼ਾਈਡਿੰਗ ਆਫਿਸਰ ਸੀ ਉਹਨੂੰ ਗਵਰਨਮੈਂਟ ਨੇ ਛੁੱਟੀ 'ਤੇ ਭੇਜਤਾ ਤੇ ਅਸੀਂ ਇਕੱਲੇ ਹੀ ਨਹੀਂ ਸੀਗੇ, ਪਿੰਡ ਵਾਲੇ ਬਹੁਤ, ਮੈਂ ਪਿੰਡ ਵਾਲੇ ਲੋਕਾਂ ਨਾਲ ਗਿਆ ਸੀ। ਕਿਸੇ ਦੀ ਵੀ ਕੱਲ ਪਟੀਸ਼ਨ ਦਾਇਰ ਨੰਗਲ ਪਿੰਡ ਦੇ ਲੋਕਾਂ ਹਾਂਜੀ ਤੇ ਪਟੀਸ਼ਨ ਕਿਸੇ ਦੀ ਵੀ ਦਾਇਰ ਨਹੀਂ ਹੋਈ। ਸਾਰੇ ਮਾਲਕ ਸੀ ਜਿਨ੍ਹਾਂ ਦੇ ਇਹਨਾਂ ਨੇ ਇੰਤਕਾਲ ਕਰਕੇ ਉਹਨਾਂ ਨੂੰ ਜ਼ਮੀਨ ਤੋਂ ਬੇਜ਼ਮੀਨੇ ਕੀਤਾ ਹੈ। ਜ਼ਮੀਨਾਂ ਖੋਹ ਲਈਆਂ ਗਰੀਬ ਆਦਮੀਆਂ ਦੀਆਂ ਔਰ ਕੋਈ 1 ਕਿੱਲੇ ਦਾ ਮਾਲਕ ਹੈ, ਕੋਈ 4 ਦਾ ਮਾਲਕ ਹੈ, ਕੋਈ 5 ਦਾ ਮਾਲਕ ਹੈ। ਔਰ ਜਿਹੜੇ ਉੱਥੇ ਜ਼ਿਆਦਾ ਗੁੱਜਰ ਭਾਈਚਾਰਾ ਹੈ ਜਿਹੜਾ ਉੱਥੇ ਪਿਛਲੇ 200-300 ਸਾਲ ਤੋਂ ਬੈਠਾ। ਸੱਚਾਈ ਇਹ ਹੈ। ਮੈਂ ਪਰਸੋਂ ਸੋਮਵਾਰ ਨਗਲ ਪਿੰਡ ਵਿੱਚ ਵੀ ਰਿਹਾ, ਉੱਥੇ ਅਸੀਂ ਛੋਟਾ ਜਿਹਾ ਇਕੱਠ ਵੀ ਕੀਤਾ ਸੀ, ਜਲਸਾ ਵੀ ਕੀਤਾ ਸੀ, ਸਾਰਿਆਂ ਨੂੰ ਮਿਲਿਆ, ਸਾਰਿਆਂ ਨੂੰ ਲੋਕਾਂ ਕੋਲੇ ਤਾਂ ਇਹ ਜ਼ਮੀਨ ਦਾ ਮਸ਼ਤਰਕਾ ਵਗੈਰਾ ਸਾਂਝਾ ਹੈ, ਤਕਸੀਮ ਮਸ਼ਤਰਕਾ ਖਾਤਾ ਹੈ, ਤਕਸੀਮ ਹੋਈ ਇਸ ਜ਼ਮੀਨ ਦੀ। ਤਕਸੀਮ ਕਈਆਂ ਦੀ ਹੋਈ ਹੈ, ਕਈਆਂ ਦੀ ਨਹੀਂ ਹੋਈ। ਅਕਸਰ ਜਿਵੇਂ ਪਿੰਡਾਂ ਦੇ ਵਿੱਚ ਇਹ ਇਸ ਤਰ੍ਹਾਂ ਵੀ ਵਾਈ ਤਾਂ ਜਾ ਨਹੀਂ ਰਹੀ ਹੈ, ਜੰਗਲ ਹੈ। ਸੋ ਤਕਸੀਮ ਦੀ ਲੋੜ ਨਹੀਂ ਪੈਂਦੀ। ਉਹ ਜਿੰਨਾ ਕੁ ਜੋ ਮੈਨੂੰ ਪਤਾ ਲੱਗਿਆ ਹੈਗਾ ਆ ਵੀ ਜਿਵੇਂ ਜਿਹਦੀ ਜਿੰਨੀ ਮਾਲਕੀ ਹੈਗੀ ਹੈ ਉਹਨਾਂ ਜਦੋਂ ਕਦੀ ਇਹ ਲੱਕੜ ਵੇਚਦੇ ਨੇ ਉਹਨਾਂ ਇਹ ਵੰਡ ਲੈਂਦੇ ਆ ਆਪਸ ਵਿੱਚ ਸ਼ੇਅਰ 'ਚ। ਤਾਂ ਬੜਾ ਪਿੰਡ ਵਾਲਿਆਂ 'ਚ ਇਤਫਾਕ ਹੈਗਾ, ਨਹੀਂ ਤਾਂ ਜਨਰਲੀ ਪਿੰਡਾਂ 'ਚ ਧੜੇਬਾਜ਼ੀ ਹੁੰਦੀ ਹੈ। ਮੈਂ ਦੇਖਿਆ ਬਹੁਤ ਇਤਫਾਕ ਹੈ, ਸਾਰੇ ਇਕੱਠੇ ਨੇ।
ਐਂਡ ਇਸ ਮਾਮਲੇ 'ਚ ਹੁਣ ਮੈਂ ਤੁਹਾਨੂੰ ਇਹ ਕਹੂੰਗਾ ਵੀ ਭਗਵੰਤ ਮਾਨ ਸਰਕਾਰ ਨੇ ਜਦੋਂ ਹੁਣ ਲੋਕਾਂ ਦੀਆਂ ਜ਼ਮੀਨਾਂ ਨੂੰ ਹੱਥ ਪਾ ਲਿਆ ਤੇ ਇਹਨਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਆ। ਦੇਖੋ ਕਿਸੇ ਦੇ ਢਿੱਡ ਤੇ ਲੱਤ ਮਾਰੋ ਨਾ ਜਦੋਂ, ਉਦੋਂ ਲੋਕ ਫਿਰ ਕੋਰਟ ਕੇਸ ਕੀਤਾ ਜਾਊਗਾ ਤੁਹਾਡੇ ਵੱਲੋਂ? ਉਹ ਤਾਂ ਜੋ ਹੋ ਹੀ ਰਿਹਾ ਜੀ, ਉਹ ਤਾਂ ਸਾਰਾ ਕੁਝ ਹੋ ਰਿਹਾ ਹੈ। ਪਟੀਸ਼ਨ ਵੀ ਹੋ ਰਹੀ ਹੈ, ਡੈਫੋਮੇਸ਼ਨ ਵੀ ਹੋ ਰਹੀ ਹੈ, ਕਨਸਪੀਰੇਸੀ ਵੀ ਹੋ ਰਹੀ ਹੈ, ਕ੍ਰਿਮੀਨਲ ਕਨਸਪੀਰੇਸੀ ਇਹਨਾਂ ਨੇ ਹੈਚ ਕੀਤੀ, ਉਹਦਾ ਇਸਤਗਾਸਾ ਵੀ ਹੋਊਗਾ, ਉਹ ਚੀਫ ਮਿਨਿਸਟਰ ਤੇ ਹੋਊਗਾ। ਉਹ ਤਾਂ ਅਸੀਂ ਤਿਆਰੀ ਕਰ ਰਹੇ ਹਾਂ, ਬਟ ਇਹ ਸਰਾਸਰ ਧੱਕਾ ਹੋਇਆ। ਇਹ ਗੱਲ ਇਕੱਲੇ ਇਮਾਨ ਸਿੰਘ ਦੇ ਨਾਮ ਆਉਣ ਦੀ ਨਹੀਂ ਹੈ, ਜਾਂ ਗੱਲ ਇਹ ਹੈ ਵੀ ਇਹ ਲੋਕਾਂ ਦੀਆਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਨੇ ਇਸ ਆੜ 'ਚ। ਔਰ ਇਹ ਕਹਿੰਦੇ ਨੇ ਜੀ ਅਸੀਂ ਲੋਕਾਂ ਨੂੰ ਕਹਿੰਦੇ ਗਏ ਹੋਣੇ ਪਿੰਡ ਵਾਲੇ ਗਗਨ ਅਨਮੋਲ ਮਾਨ ਕੋਲੇ, ਜਿਹੜੀ ਖਰੜ ਦੀ ਉਹਨਾਂ ਦੀ MLA ਉਸ ਹਲਕੇ ਦੀ, ਉਹ ਕਹਿੰਦੀ ਜੀ ਤੁਹਾਡੀਆਂ ਜ਼ਮੀਨਾਂ ਨਹੀਂ ਖੋਣੀਆਂ, ਸਿਰ ਧਨਾੜਾ ਦੀਆਂ ਖੋਲਣੀਆਂ ਨੇ। ਹੁਣ ਗੱਲ ਹੈ ਵੀ ਧਨਾੜਾਂ ਤੇ ਇਹਦਾ ਮਤਲਬ ਲਾਅ ਅਲੱਗ-ਅਲੱਗ ਹੈ ਵੀ ਜੇ ਕਿਸੇ ਕੋਲੇ 2 ਪੈਸੇ ਜ਼ਿਆਦਾ ਨੇ ਉਹ ਅਲੱਗ-ਅਲੱਗ ਹੈ। ਗੱਲ ਇਹ ਹੈ ਕਿ ਇਹ ਡਿਵਾਈਡ ਐਂਡ ਰੂਲ ਦੀ ਪਾਲਿਸੀ ਨਾਲ ਚੱਲ ਰਹੇ ਨੇ। ਜਿਹੜਾ ਧਨਾੜ ਹੈ ਜਨਰਲੀ ਸੰਘਰਸ਼ ਨਹੀਂ ਆਉਂਦਾ, ਜਿਹੜਾ ਸੜਕਾਂ ਤੇ ਨਹੀਂ ਉਤਰਦਾ, ਪਹਿਲਾਂ ਉਹਨਾਂ ਨੂੰ ਅਲੱਗ ਕਰ ਲਓ ਜੀ। ਤੇ ਜਿਹੜਾ ਗਰੀਬ ਹੈ ਉਹਦੇ ਵਿਚਾਰੇ ਕੋਲੇ ਹਾਈ ਕੋਰਟ ਦੀ ਤੇ ਸੁਪਰੀਮ ਕੋਰਟ ਦੇ ਵਕੀਲਾਂ ਨੂੰ ਪੈਸੇ ਦੇਣ ਜੋਗੀ ਫੀ ਨਹੀਂ ਹੁੰਦੀ, ਬਿਕੋਜ਼ ਉਹਦੀ ਲੈਂਡ ਹੋਲਡਿੰਗ ਇੰਨੀ ਛੋਟੀ ਹੁੰਦੀ ਹੈ। ਉਦੋਂ ਜ਼ਿਆਦਾ ਪੈਸੇ ਤਾਂ ਉਹਨੂੰ ਵਕਾਲਤ ਵਕੀਲਾਂ ਨੂੰ ਦੇਣੇ ਪੈ ਜਾਣੇ। ਬਹੁਤ ਗੰਦੀ ਸਟ੍ਰੈਟਜੀ ਹੈ। ਐਂਡ ਇਹ ਜਿਹੜੀ ਇਹਨਾਂ ਦੀ ਪਾਲਿਸੀ ਹੈ, ਇਹ ਇਕੱਲੀ ਜੇ ਸੋਚੋ ਮੋਹਾਲੀ ਜ਼ਿਲ੍ਹੇ ਦੀ ਜਾਂ ਇਹਦੀ ਨਹੀਂ। ਇਹਨਾਂ ਨੇ ਉਹ ਦਿਨ ਕਿਹਾ ਨਹੀਂ ਇਹਨੇ ਭਗਵੰਤ ਮਾਨ ਨੇ, ਇਹ ਲੋਕ ਕਹਿੰਦੇ ਸੀ ਪੈਸਾ ਕਿੱਥੇ ਹੈ, ਪੈਸਾ ਤਾਂ ਸ਼ਿਵਾਲਿਕ ਦੀਆਂ ਜੜ੍ਹਾਂ 'ਚ ਹੈ। ਗੱਲ ਇਹ ਹੈ ਵੀ ਦੇਖੋ ਇਹ ਵਿਲੇਜ ਕਾਮਨ ਲੈਂਡ ਹੈ, ਇਹ ਜ਼ਮੀਨ ਤਾਂ ਹੈ ਲੋਕਾਂ ਦੀ, ਪਰ ਭਗਵੰਤ ਮਾਨ ਸਰਕਾਰ ਕਹਿੰਦੀ ਹੈ ਜੀ ਪੰਚਾਇਤੀ ਜ਼ਮੀਨ ਹੈ। ਆਹੀ ਕਹਿੰਦੇ ਆ ਨਾ। ਸੋ ਜਾਂ ਇਹ ਲੋਕਾਂ ਦੀ ਹੈ ਜਾਂ ਪੰਚਾਇਤ ਦੀ ਹੈ, ਪੰਜਾਬ ਸਰਕਾਰ ਦੀ ਤਾਂ ਹੈ ਨਹੀਂ। ਪੰਜਾਬ ਸਰਕਾਰ ਕਿੱਥੋਂ ਆ ਗਈ? ਪੰਚਾਇਤ ਦੀ ਜ਼ਮੀਨ ਜੇ ਕੋਈ ਕਹੇ ਸਰਕਾਰ ਦੀ ਹੁੰਦੀ ਹੈ, ਇਸ ਤਰ੍ਹਾਂ ਨਹੀਂ ਹੁੰਦਾ। ਭਗਵੰਤ ਮਾਨ ਕਹਿੰਦਾ ਵੀ ਅੱਜ ਸਾਡੇ ਖਜ਼ਾਨੇ 'ਚ 300 ਕਰੋੜ ਆ ਗਿਆ, 50 ਲੱਖ ਦੀ ਲੱਕੜ ਆ ਗਈ। ਕਿੱਥੋਂ ਆ ਗਿਆ? ਤੁਸੀਂ ਅੱਜ ਵੇਖੋ, ਤੁਸੀਂ ਪੰਜਾਬ 'ਚ ਰੇਲਵੇ ਲਾਈਨਾਂ ਵੇਖਦੇ ਹੋ, ਜਿਹੜੀ ਰੇਲਵੇ ਲਾਈਨ ਜਿੱਥੇ ਜਿਹੜੀ ਜ਼ਮੀਨ 'ਚ ਪਈ ਹੈ ਨਾ, ਉਹ ਪ੍ਰੋਪਰਟੀਜ਼ ਇੰਡੀਅਨ ਰੇਲਵੇ ਦੀ ਹੈ। ਉਹਦਾ ਜਿਹੜਾ ਨਾਮ ਚੜਿਆ ਹੋਇਆ ਹੈ ਫਰਦਾਂ ਦੇ ਵਿੱਚ, ਉਹ ਰੇਲਵੇ ਹੈ, ਉਹ ਭਾਰਤ ਸਰਕਾਰ ਵੀ ਨਹੀਂ ਹੈ। ਸਮਝ ਰਹੇ ਹੋ ਨਾ ਫਰਕ? ਤੇ ਜਿਹੜੀ ਜ਼ਮੀਨ ਟਰਾਂਸਫਰ ਹੁੰਦੀ ਹੈ ਨਾ, ਉਹ ਇੱਕ ਐਕਟ ਹੈ ਔਰ ਉਹ 1861 ਦਾ ਹੈ। ਉਹਦਾ ਨਾਮ ਹੈ ਟਰਾਂਸਫਰ ਆਫ ਪ੍ਰਾਪਰਟੀ ਐਕਟ। ਉਹਦੇ ਦੇ ਹੇਠ ਸਾਰੇ ਪ੍ਰੋਸੀਜਰ ਲੇ ਡਾਊਨ ਹੋਏ ਆ, ਜਿਹਦੇ ਤੁਹਾਡੀਆਂ ਰਜਿਸਟਰੀਆਂ ਹੁੰਦੀਆਂ ਨੇ, ਤੁਹਾਡੇ ਇੰਤਕਾਲ ਹੁੰਦੇ ਨੇ, ਸਾਰਾ ਕੁਝ ਹੁੰਦਾ। ਸੋ ਪੰਜਾਬ ਸਰਕਾਰ ਮਾਲਕ ਕਿੱਥੋਂ ਬਣ ਗਈ? ਮੈਨੂੰ ਕੋਈ ਇਹ ਤਾਂ ਸਮਝਾ ਦੇਵੇ। ਉਹ ਪਿੰਡ ਦੀ ਪੰਚਾਇਤ ਮਾਲਕ ਹੋਊਗੀ ਜੇ ਵਰਸਟ ਕੇਸ ਜਿਹੜਾ ਇਹਨਾਂ ਦੇ ਆਪ ਕਹਿਣਾ ਜੀ ਇਹ ਤਾਂ ਪੰਚਾਇਤੀ ਜ਼ਮੀਨ ਹੈ ਤੇ ਮਾਲਕ ਪਿੰਡ ਦੀ ਪੰਚਾਇਤ ਹੈ, ਪੰਜਾਬ ਸਰਕਾਰ ਮਾਲਕ ਨਹੀਂ ਹੈ। ਤੁਹਾਡਾ ਕੀ ਖਿਆਲ ਫਿਰ ਐ ਤਾਂ ਦੇਖੋ ਜੀ, ਐਸ ਕਿਸੇ ਪਿੰਡ 'ਚ ਪੰਜਾਬ ਸਰਕਾਰ ਦੀ ਜ਼ਮੀਨ ਹੋਏਗੀ, ਉਹਦਾ ਮਤਲਬ ਉਹ ਪੰਚਾਇਤ ਮਾਲਕ ਹੋ ਜੂਗੀ? ਨਹੀਂ, ਅਕਸਰ ਇਹੀ ਹੁੰਦਾ ਕਿ ਜਿਹੜੀਆਂ ਪੰਚਾਇਤੀ ਜ਼ਮੀਨਾਂ ਹੁੰਦੀਆਂ ਉਹ ਪਿੰਡ ਦੇ ਪੁਰਾਣੇ ਸਮੇਂ 'ਚ ਲੋਕਾਂ ਨੇ ਦਾਨ ਕੀਤੀਆਂ ਹੁੰਦੀਆਂ ਕਿ ਮੈਂ ਪੰਚਾਇਤ ਨੂੰ ਇੰਨੇ ਕਿੱਲੇ ਦਿੰਦਾ, ਮੇਰੇ ਵੱਲੋਂ ਇੰਨੇ ਛੱਡੇ। ਹਾਂ, ਤੇ ਉਹ ਪਿੰਡ ਦੇ ਪੰਚਾਇਤ ਦੀ ਜ਼ਮੀਨ ਹੈ ਨਾ ਜੀ, ਉਹ ਪਿੰਡ ਦੇ ਪੰਚਾਇਤ ਦੀ ਜ਼ਮੀਨ ਹੈ। ਨਾਲੇ ਇਸ ਕੇਸ ਵਿੱਚ ਤੁਹਾਨੂੰ ਇੱਕ ਹੋਰ ਫੈਕਟ ਦੱਸਦਾ, ਜਿਹੜਾ ਇਹ ਪਿੰਡ ਹੈ ਛੋਟੀ ਨਗਲ ਬੜੀ ਨਗਲ, ਇਹਦੀ ਜਿਹੜੀ ਆਬਾਦੀ ਹੈ ਉਹ 60 ਕਿੱਲਿਆਂ 'ਚ ਹੈ। ਇਹ ਕਦੀ ਹੋ ਸਕਦਾ? ਤੁਸੀਂ ਆਪ ਦੱਸੋ ਵੀ ਪਿੰਡ ਦੀ ਸਾਰੇ ਦੀ ਆਬਾਦੀ 60 ਕਿੱਲੇ ਹੋਵੇ ਤੇ ਉਹਦੇ ਵਿੱਚ ਜਿਹੜਾ ਕੀ ਕਹਿੰਦੇ ਨੇ ਆਪਣਾ ਪੰਚਾਇਤੀ ਜ਼ਮੀਨ 250 ਕਿੱਲਾ ਹੋਵੇ। ਇਹ ਤੁਹਾਨੂੰ ਸੱਚ ਲੱਗਦਾ? ਫਿਰ ਜਿਹੜੀ ਇਹਨਾਂ ਨੇ ਲਿਸਟ ਜਾਰੀ ਕੀਤੀ ਹੈ ਉਹਦੇ ਵਿੱਚ ਇਹਨਾਂ ਨੇ ਟੋਟਲ ਕਰ ਰਹੇ ਹੋ 1500 ਕਿੱਲਾ ਬਣਦਾ, 250 ਦਾ ਵੇਰਵਾ ਹੀ ਹੈ ਨਹੀਂ। ਔਰ ਉਹਦੇ ਵਿੱਚ ਜਿਹੜਾ ਸਭ ਤੋਂ ਉੱਪਰ ਇਹਨਾਂ ਨੇ ਕੰਪਨੀ ਦਾ ਨਾਮ ਲਿਖਿਆ, ਕੋਈ ਫੌਜਾ ਸਿੰਘ ਕੰਪਨੀ ਹੈ ਜੀ, ਜਿਹੜਾ ਕੰਪਨੀਜ਼ ਐਕਟ 2013 ਹੈ, ਜਿਹਨੂੰ ਐਡਮਿਨਿਸਟਰ ਮਿਨਿਸਟਰੀ ਆਫ ਕੰਪਨੀ ਅਫੇਅਰਸ ਕਰਦੀ ਹੈ। ਉਹਦੇ 'ਚ ਮੈਂਡੇਟਰੀ ਹੈ, ਜ਼ਰੂਰੀ ਹੈ ਵੀ ਉਹਦੇ ਵਿੱਚ ਤੁਸੀਂ ਕੰਪਨੀ ਨੂੰ, ਹਰ ਕੰਪਨੀ ਨੂੰ ਆਈਡੈਂਟੀਫਿਕੇਸ਼ਨ ਨੰਬਰ ਦਿੱਤਾ ਗਿਆ ਹੈ, ਉਹਨੂੰ ਸਿਨ ਕਹਿੰਦੇ ਨੇ, ਕੰਪਨੀ ਆਈਡੈਂਟੀਫਿਕੇਸ਼ਨ ਨੰਬਰ। ਸੋ ਉਹ ਜਿਹੜਾ ਸਿਨ ਹੈ ਉਹ ਨਾਲ ਮੈਂਸ਼ਨ ਹੋਣਾ ਚਾਹੀਦਾ ਨਾਮ ਦੇ, ਤਾਂ ਕਿ ਆਈਡੈਂਟੀਫਾਈ ਹੋ ਜਾਏ ਕੰਪਨੀ ਕੋਲ ਹੈ। ਉਸ ਕੰਪਨੀ ਦੇ ਨਾਂ 'ਤੇ ਤਾਂ ਕੋਈ ਸਿਨ ਲਿਖਿਆ ਨਹੀਂ। ਇੱਥੇ ਬ੍ਰੈਕਟਾਂ ਦੇ ਵਿੱਚ ਧੀ ਜਵਾਈ ਸਿਮਰਨਜੀਤ ਸਿੰਘ ਮਾਨ
ਤਾਂ ਸਾਰਾ ਇੱਕ ਪੋਲੀਟੀਕਲੀ ਮੋਟੀਵੇਟਡ ਝੂਠ ਦਾ ਪਲੰਦਾ ਹੈ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇਸ ਗੱਲ ਨੂੰ ਲੈ ਕੇ ਸਪਸ਼ਟ ਕਰੋਗੇ ਨਹੀਂ, ਕਿ ਸਪਸ਼ਟ ਤਾਂ ਚਲੋ ਜਿਹੜਾ ਲੀਗਲ, ਮੈਂ ਕਹਿ ਰਿਹਾ ਵੀ ਇਹ ਤਾਂ ਮਾਮਲਾ ਹੀ ਬਹੁਤ ਵੱਡਾ ਹੈ। ਇਹ ਸਿਮਰਨਜੀਤ ਸਿੰਘ ਮਾਨ ਦੇ ਪਰਿਵਾਰ ਦੀ ਗੱਲ ਨਹੀਂ ਹੈ, ਇਹ ਪੰਜਾਬ ਦੇ ਛੋਟੇ ਜ਼ਿਮੀਂਦਾਰ ਔਰ ਕਿਸਾਨ ਦੀ ਜ਼ਮੀਨ ਖੋਹਣ ਦੀ ਗੱਲ ਹੈ। ਇਹ ਜਿਹੜਾ ਇਹਨਾਂ ਨੇ ਅਡੰਬਰ ਰਚਿਆ ਪੰਚਾਇਤੀ ਜ਼ਮੀਨਾਂ ਦਾ ਅਸੀਂ ਕਬਜ਼ੇ ਲੈਣੇ ਨੇ, ਇਹ ਤਾਂ ਮਾਲਕ ਹੀ ਹੈ ਨਹੀਂ। ਇਹ ਲੋਕਾਂ ਦੀ ਤਾਕਤ ਦੇ ਨਸ਼ੇ ਦੇ ਵਿੱਚ ਅੱਜ ਤੁਸੀਂ ਮੇਰੇ ਅੱਜ ਗੱਲ ਨੋਟ ਕਰ ਲਓ, ਇਸ ਸਰਕਾਰ 'ਚ ਹੋਵੇ ਅਗਲੀ ਸਰਕਾਰ 'ਚ ਹੋਵੇ, ਇਹ ਲੋਕਾਂ ਦੀਆਂ ਜ਼ਮੀਨਾਂ ਲੋਕਾਂ ਨੂੰ ਵਾਪਸ ਹੋਣਗੀਆਂ। ਇਹ ਇੱਦਾਂ ਨਹੀਂ ਹੋ ਸਕਦਾ। ਤੁਸੀਂ ਉਹ ਦੇਖੋ ਤਾਂ ਸਹੀ, ਜਿਹੜੇ ਵਿਚਾਰੇ ਗੁੱਜਰ ਭਾਈਚਾਰਾ ਇਹਨਾਂ ਸਾਰੀ ਫੁੱਟਹਿਲਸ ਦੇ ਵਿੱਚ ਬੈਠਾ ਹੈ, ਇੰਨੇ 100 ਸਾਲਾਂ ਤੋਂ ਹੈ, ਇਹ ਆਪਦਾ ਉਸੇ ਜੰਗਲ 'ਚੋਂ ਜਿਹੜੇ ਨਾਲ ਡੰਗਰ ਵੱਛਾ ਹੁੰਦਾ ਸੀ ਉਹ ਚਰਦਾ ਸੀ, ਉਹ ਚਰ ਕੇ ਇਹ ਦੁੱਧ ਦਾ ਕਰਦੇ ਸੀਗੇ ਵਪਾਰ, ਦੁੱਧ ਪਾਉਂਦੇ ਸੀ। ਜਨਰਲ ਜਿਹੜੀ ਇਹਨਾਂ ਦੀ ਸੀਗੀ ਵਾਹੀ ਤਾਂ ਇਹਨਾਂ ਜ਼ਮੀਨਾਂ 'ਚ ਹੈ ਨਹੀਂ ਸੀ, ਤੇ ਅੱਜ ਉਹਨਾਂ ਨੂੰ ਤੁਸੀਂ ਬੇਜ਼ਮੀਨੇ ਕਰ ਦਿਓ। ਝਗੜਾ ਇਸ ਕਰਕੇ ਨਹੀਂ, ਨਾ ਇੱਥੇ ਕੋਈ ਵੱਟ ਦਾ ਰੌਲਾ ਨਾ ਸਾਂਝ ਦਾ ਰੌਲਾ, ਕੋਈ ਰੌਲਾ ਤਾਂ ਹੈ ਨਹੀਂ, ਤਾਂ ਹੀ ਵੰਡੀਆਂ ਨਹੀਂ ਹੋਈਆਂ। ਸੋ ਕਲਚਰ ਹੀ ਡਿਫਰੈਂਟ ਹੈਗਾ। ਇਹ ਤਾਂ ਜਿਸ ਤਰ੍ਹਾਂ ਦੇ ਜਿਹੜੇ ਮਾਮਲੇ ਜਾਂ ਵਿਵਾਦ ਪਾਰਟੀ ਦੇ ਨਾਲ ਜੁੜ ਗਏ, ਚਾਹੇ ਭਗਤ ਸਿੰਘ ਦਾ ਹੈ ਚਾਹੇ ਇਹ ਹੈ, ਦੇਖੋ ਜੀ ਮੈਂ ਬੜਾ ਕਲੀਅਰਲੀ ਦੱਸਦਾ ਤੁਹਾਨੂੰ, ਇਹ ਜਿੰਨੇ ਵਿਵਾਦ ਨੇ ਇਹ ਜਿਹੜੀਆਂ ਹਾਕਮ ਜਮਾਤਾਂ ਨੇ ਇਹਨਾਂ ਨੇ ਜਾਣ ਕੇ ਖੜੇ ਕੀਤੇ ਨੇ। ਭਗਤ ਸਿੰਘ ਦੀ ਗੱਲ ਹੈ, ਜੋ ਵੀ ਸਟੈਂਡ ਹੈਗਾ ਹੈ ਸਰ ਸਿਮਰਨਜੀਤ ਸਿੰਘ ਮਾਨ ਦਾ, ਉਹ ਅੱਜ ਦਾ ਨਹੀਂ ਹੈ, 20 ਸਾਲ ਤੋਂ ਹੈ, ਔਰ ਉਹਦੇ ਤੇ ਜਿੱਤ ਚੁੱਕੇ ਨੇ ਕੇਸ। ਤੇ ਕੋਰਟ ਸਾਹਿਬ ਜਿਹੜੀ ਕਚਹਿਰੀ ਹੈ ਉਹਨੇ ਸਿਮਰਨਜੀਤ ਸਿੰਘ ਮਾਨ ਦੇ ਹੱਕ 'ਚ ਫੈਸਲਾ ਦਿੱਤਾ ਸੀ 2012-13 ਚਾਹੇ ਤੋਂ 10 ਸਾਲ ਪਹਿਲਾਂ। ਇਹ ਵਿਵਾਦ ਛੇੜੇ ਗਏ, ਇਹ ਤੋਂ ਪਹਿਲਾਂ ਕਿਰਪਾਨ ਦਾ ਛੇੜਿਆ ਗਿਆ, ਖਬਰ ਵੀ ਝੂਠੀ ਲੱਗੀ ਵੀ ਜੀ ਕਿਰਪਾਨ ਤੋਂ ਬਿਨਾਂ ਨਹੀਂ ਜਾਣਗੇ, ਜੇ ਤੁਹਾਨੂੰ ਯਾਦ ਹੋਵੇ, ਠੀਕ ਹੈ। ਉਸ ਤੋਂ ਉਪਰੰਤ ਆ ਭਗਤ ਸਿੰਘ ਦਾ ਛੇੜ ਲਿਆ, ਉਸ ਤੋਂ ਬਾਅਦ ਅਰੂਰ ਸਿੰਘ ਛੇੜ ਲਿਆ, ਉਸ ਤੋਂ ਬਾਅਦ ਸਰਾਏ ਨਾਗਾ ਛੇੜ ਲਿਆ, ਕੋਈ 50 ਸਾਲ ਕੋਈ 100 ਸਾਲ ਪੁਰਾਣੀ ਗੱਲ, ਜਿਹੜਾ ਵਰਤਮਾਨ ਹੈ ਉਹਦੀ ਤਾਂ ਕੋਈ ਗੱਲ ਨਹੀਂ ਹੋ ਰਹੀ। ਭਗਤ ਸਿੰਘ ਦੇਖ ਲਓ 90 ਸਾਲ ਪੁਰਾਣੀ ਗੱਲ, ਅਰੂਰ ਸਿੰਘ 103 ਸਾਲ ਪੁਰਾਣੀ ਗੱਲ, ਠੀਕ ਹੈ ਨਾ ਜੀ, ਤੇ ਸਰਾਏ ਨਾਗਾ 45 ਸਾਲ ਪੁਰਾਣੀ ਗੱਲ। ਅੱਜ ਦਾ ਪੰਜਾਬ ਦੇ ਮੁੱਦੇ ਕੀ ਨੇ? ਪੰਜਾਬ ਦਾ ਮੁੱਦਾ ਹੈ ਗੁਰਬਤ, ਪੰਜਾਬ ਦਾ ਮੁੱਦਾ ਹੈ ਗਰੀਬੀ, ਪੰਜਾਬ ਦਾ ਮੁੱਦਾ ਹੈ ਹੈਲਥ ਕੇਅਰ, ਪੰਜਾਬ ਦਾ ਮੁੱਦਾ ਹੈ ਪੜ੍ਹਾਈ ਲਿਖਾਈ, ਐਜੂਕੇਸ਼ਨ। ਜਿਹੜੇ ਸਾਡੇ ਇੱਥੇ ਬੱਚੇ ਪੜ੍ਹ ਰਹੇ ਨੇ ਉਹ ਸਿਰਫ ਡਿਗਰੀਆਂ ਲੈ ਰਹੇ, ਉਹਨਾਂ 'ਚ ਕੋਈ ਸਕਿੱਲ ਸੈੱਟ ਨਹੀਂ ਹੈ। ਲੈਵਲ ਆਫ ਐਜੂਕੇਸ਼ਨ ਇੰਨਾ ਗਿਰ ਚੁੱਕਿਆ। ਇਹ ਆ ਮੁਹੱਲਾ ਕਲੀਨਿਕਾਂ ਦੀਆਂ ਗੱਲ ਕਰ ਰਹੇ, ਜਾ ਕੇ ਪਿੰਡਾਂ ਦੀਆਂ ਡਿਸਪੈਂਸਰੀਆਂ ਦੇਖੋ। ਅੱਜ ਦੀ ਜ਼ਮਾਨੇ 'ਚ ਮੁਹੱਲਾ ਕਲੀਨਿਕ, ਇਹ ਜਿਹੜਾ ਦਿੱਲੀ ਦਾ ਪਾਪੂਲੇਸ਼ਨ ਉਹਨਾਂ ਨੂੰ ਟੀਨ ਦੀਆਂ ਚਾਦਰਾਂ ਪਾ ਕੇ ਮੁਹੱਲਾ ਕਲੀਨਿਕ, ਸਾਨੂੰ ਇੱਥੇ ਟਰਸ਼ਰੀ ਕੇਅਰ ਸੈਂਟਰਸ ਦੀ ਲੋੜ ਹੈ। ਸਾਡੀਆਂ ਟ੍ਰੇਨਾਂ ਭਰ ਕੇ ਬੀਕਾਨੇਰ ਜਾਂਦੀਆਂ ਕੈਂਸਰ ਟ੍ਰੇਨਸ, ਸਾਨੂੰ ਇੱਥੇ ਹਸਪੀਟਲਸ ਦੀ ਲੋੜ ਹੈ। ਸਾਡੀਆਂ ਰੂਰਲ ਡਿਸਪੈਂਸਰੀਜ਼ ਨੂੰ ਅਪਗ੍ਰੇਡ ਕਰੋ। ਸੋ ਸਾਡਾ ਹੈਲਥ ਕੇਅਰ, ਐਜੂਕੇਸ਼ਨ, ਟ੍ਰੇਡ, ਬਾਰਡਰ, ਪਾਣੀ, ਚੰਡੀਗੜ੍ਹ, ਯੂਨੀਵਰਸਿਟੀਜ਼, ਸਾਰੀਆਂ ਯੂਨੀਵਰਸਿਟੀਆਂ ਡੈਟ 'ਚ ਨੇ। ਲੈਵਲ ਆਫ ਐਜੂਕੇਸ਼ਨ ਹੈ ਨਹੀਂ, ਕੋਈ ਸਕਿੱਲ ਸੈੱਟ ਨਹੀਂ ਹੈਗਾ, ਹਿਜਰਤ ਹੋ ਰਹੀ ਹੈ, ਇੱਥੋਂ ਬੱਚੇ ਬਾਹਰ ਜਾ ਰਹੇ ਬਿਕੋਜ਼ ਉਹਨਾਂ ਕੋਲ ਇੰਪਲੋਇਮੈਂਟ ਹੈ ਨਹੀਂ। ਇਹ ਮੁੱਦੇ ਹੈ ਜਿਹੜਾ ਕੋਈ ਨਹੀਂ ਹੋਰ ਗੱਲ ਕਰੂਗਾ, ਸਿਰਫ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਗੱਲ ਕਰੂਗਾ। ਤੇ ਜਿਹੜੀਆਂ ਵੇਲੇ ਦੀਆਂ ਹਾਕਮ ਜਮਾਤਾਂ ਨੇ ਉਹ ਕਹਿੰਦੇ ਨੇ ਬਈ ਇਹਨਾਂ ਨੂੰ ਇੱਧਰ ਹੀ ਘੇਰ ਲਓ ਤਾਂ ਕਿ ਇਹ ਬੋਲ ਨਾ ਸਕਣ। ਪਰ ਤੁਹਾਨੂੰ ਲੱਗਦਾ ਕਿ ਇਹ ਵਿਵਾਦਾਂ ਨਾਲ ਵੋਟ ਬੈਂਕ ਨੁਕਸਾਨਿਆ ਗਿਆ? ਦੇਖੋ ਜਿਹੜੀ ਇਹਨਾਂ ਨੇ ਇਹ ਕੁਝ ਕਰਨਾ ਹੀ ਸੀ। ਜਿਹੜਾ ਵੋਟ ਬੈਂਕ ਦਾ ਨੁਕਸਾਨ ਹੋਇਆ ਜੇ ਤੁਸੀਂ ਸੋਚਦੇ ਹੋ, ਬਟ ਜਦੋਂ ਅਸੀਂ ਆਪਣੇ ਏਜੰਡੇ ਤੇ ਚੱਲਦੇ ਰਹਿਣਾ। ਅੱਜ ਦੀ ਵੀ ਅਸੀਂ ਪ੍ਰੈਸ ਕਾਨਫਰੰਸ ਜਿਹੜਾ ਪੰਜਾਬ ਤੇ ਇਹ ਜਿਹੜਾ ਬਾਰਡਰ ਬੰਦ ਕੀਤਾ ਹੋਇਆ ਔਰ ਆਰਟੀਫੀਸ਼ੀਅਲੀ ਸਾਨੂੰ ਇੱਕ ਥ੍ਰੈਟ ਪਰਸੈਪਸ਼ਨ 'ਚ ਰੱਖਿਆ ਜਾ ਰਿਹਾ ਹੈ, ਬਾਰਡਰ ਸਟੇਟ ਹੈ ਜੀ, ਇੱਥੇ ਵਪਾਰ ਨਹੀਂ ਹੁੰਦਾ। ਅਸੀਂ ਤਾਂ ਆਪਣੀ ਹੁਣ ਗੱਲ ਕਰੀ ਜਾਣੀ ਹੈ। ਇਹ ਜੋ ਮਰਜ਼ੀ, ਇਹ ਡੈਡ ਮੁੱਦੇ ਜੋ ਮੈਂ ਕਹਿੰਦਾ ਉਹਨਾਂ ਵੀ ਜਿਹੜਾ ਯੂਨੀਵਰਸਿਟੀਜ਼ ਦੇ ਵਿੱਚ ਅਕੈਡਮਿਕ ਡਿਸਕਸ਼ਨ ਦਾ ਵਿਸ਼ਾ ਹੈ, ਉਹਨਾਂ ਮੁੱਦਿਆਂ ਨੂੰ ਲੈ ਕੇ ਇਹ ਪੋਲਿਟਿਕਸ ਕਰ ਰਹੇ ਆ। ਪੋਲਿਟਿਕਸ ਹੋਣੀ ਚਾਹੀਦੀ ਕਰੰਟ ਮੁੱਦਿਆਂ 'ਤੇ। ਹਿਸਟਰੀ ਜਿਹੜੀ ਤੁਹਾਡੀ ਹਿਸਟਰੀ ਹੈ,
ਤੁਹਾਨੂੰ ਉਹ ਤੁਹਾਡਾ ਇਤਿਹਾਸ ਹੈ, ਤੁਹਾਨੂੰ ਉਹਦੇ ਤੋਂ ਤੁਸੀਂ ਲਰਨ ਕਰਨਾ ਹੁੰਦਾ। ਉਹ ਤੁਹਾਡਾ ਕਰੰਟ ਪੋਲੀਟੀਕਲ ਇਸ਼ੂ ਨਹੀਂ ਹੁੰਦਾ। ਕਰੰਟ ਪੋਲੀਟੀਕਲ ਇਸ਼ੂ ਹੁੰਦਾ ਤੁਹਾਡਾ ਵਿਜ਼ਨ ਕੀ ਹੈ, ਤੁਸੀਂ ਆਪਦੀ ਆਉਣ ਵਾਲੀਆਂ ਨਸਲਾਂ ਲਈ ਕੀ ਛੱਡ ਕੇ ਜਾਣਾ, ਤੁਸੀਂ ਕਿਹੋ ਜਿਹੀ ਗਵਰਨੈਂਸ ਦੇਣੀ ਹੈ। ਪ੍ਰੈਜ਼ੈਂਟ ਜਿਹੜਾ ਜੀਓਪੋਲੀਟੀਕਲ ਸਿਚੁਏਸ਼ਨ ਹੈ ਉਹਦੇ ਤੁਸੀਂ ਆਪਦੇ ਖਿੱਤੇ ਨੂੰ ਕਿਸ ਤਰ੍ਹਾਂ ਉਭਾਰਨਾ ਹੈ, ਤੁਸੀਂ ਆਪਦੀ ਜਿਹੜੀ ਕਮਿਊਨਿਟੀ ਹੈ ਉਹਨੂੰ ਕਿਵੇਂ ਉਭਾਰਨਾ ਹੈ, ਤੁਸੀਂ ਆਪਦੀ ਲੈਂਗੁਏਜ ਨੂੰ ਕਿਵੇਂ ਬਚਾਉਣਾ ਹੈ। ਗਲੋਬਲੀ ਇਹ ਇਸ਼ੂਜ਼ ਨੇ। ਦੇਖੋ ਗਲੀਆਂ ਨਾਲੀਆਂ ਤਾਂ ਜਿਹੜੀ ਵੀ ਜਿਹੇ ਜਿਹੀ ਵੀ ਸਰਕਾਰ ਹੋਊਗੀ ਉਹ ਗਵਰਨੈਂਸ ਹੋ ਹੀ ਜਾਣੀ ਹੈ। ਲੋੜ ਇਸ ਵੇਲੇ ਹੈਗੀ ਹੈ ਪੰਜਾਬ ਦੀ ਜਿਹੜੀ ਗੁਰਬਤ ਹੈ, ਜਿਹੜੀ ਗਰੀਬੀ ਹੈ, ਉਹਦੇ 'ਚੋਂ ਪੰਜਾਬ ਨੂੰ ਔਰ ਪੰਜਾਬੀ ਨੂੰ ਕੱਢਣ ਨੂੰ। ਸਟੇਟ ਡੈਟ 'ਚ ਹੈ। ਤੁਸੀਂ ਕੋਈ ਕੁਝ ਦੱਸਿਆ ਇਹਨਾਂ ਨੇ ਵੀ ਅਸੀਂ ਜਿਹੜੀ ਡੈਟ ਹੈ ਉਹ ਕਿਵੇਂ ਖਤਮ ਕਰਨੀ ਹੈ ਸਟੇਟ ਦੀ? ਕੋਈ ਏਜੰਡਾ ਹੈ ਆਮ ਆਦਮੀ ਕੋਲੇ ਵੀ ਜਿਹੜਾ ਪੰਜਾਬ 'ਚ ਕਰਜ਼ਾ ਹੈ, ਇੰਨਾ ਵਿਆਜ ਜਾਂਦਾ ਹੈ, ਉਹ ਕਿਵੇਂ ਖਤਮ ਕਰਨਾ ਹੈ? ਨਹੀਂ, ਕੋਈ ਏਜੰਡਾ ਨਹੀਂ। ਪਿਛਲੇ ਦਿਨੀ ਜਿਹੜੇ ਪੰਜਾਬ ਦੇ ਵਿੱਤ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਅਸੀਂ ਪਿਛਲੇ ਸਾਲ ਦੇ ਪਹਿਲੇ 3 ਮਹੀਨਿਆਂ ਨਾਲੋਂ ਇਸ ਸਾਲ ਪਹਿਲੇ 3 ਮਹੀਨਿਆਂ ਦੇ ਵਿੱਚ ਰੈਵਨਿਊ ਬਹੁਤ ਜ਼ਿਆਦਾ ਜਨਰੇਟ ਕੀਤਾ ਕਿ ਸਾਡੀਆਂ ਨੀਤੀਆਂ ਕਾਹਦੇ ਨਾਲ ਰੈਵਨਿਊ ਜਨਰੇਟ ਕੀਤਾ ਯਾਰ? ਮੈਨੂੰ ਇਹ ਦੱਸੋ, ਜਿਹੜਾ GST ਹੈ ਉਹ ਤਾਂ ਸੈਂਟਰਲ ਗਵਰਨਮੈਂਟ ਕੋਲੇ ਜਾਂਦਾ ਹੈ। ਇਹਨਾਂ ਕੋਲੇ ਸੋਰਸਸ ਆਫ ਰੈਵਨਿਊ ਕੀ ਹੈ? ਇੱਕ ਸਟੈਂਪ ਡਿਊਟੀ ਰਜਿਸਟਰੀਆਂ ਤੇ ਜਿਹੜੀ ਲੱਗਦੀ ਹੈ, ਤੇ ਦੂਜੀ ਸ਼ਰਾਬ ਐਕਸਾਈਜ਼, ਤੀਜੀ ਮਾਈਨਿੰਗ। ਇਹਨਾਂ ਕੋਲ ਹਿੰਦੁਸਤਾਨ ਦੀ ਇਹੀ ਫੈਡਰਲ ਢਾਂਚੇ ਦਾ ਮੁੱਦਾ ਹੈ। ਜਿਹੜਾ ਵੈਟ ਔਰ ਸੇਲ ਟੈਕਸ ਸਟੇਟ ਸਬਜੈਕਟ ਸੀਗਾ, GST ਦੇ ਨਾਂ ਤੇ ਸੈਂਟਰ ਖੋ ਕੇ ਰਹਿ ਗਿਆ। ਇਹ ਤਾਂ ਭੀਖ ਦਾ ਕਟੋਰਾ ਲੈ ਕੇ ਬੈਠੇ ਨੇ। ਇਹਨਾਂ ਕੋਲੇ ਸੋਰਸਸ ਆਫ ਰੈਵਨਿਊ ਹੈ ਨਹੀਂ। ਗੱਲਾਂ ਇਹਨਾਂ ਤੋਂ ਜਿੰਨੀਆਂ ਮਰਜ਼ੀ ਕਰਾ ਲਓ, ਵੱਧ ਅਧਿਕਾਰਾਂ ਦੀ ਗੱਲ ਆ ਅਸੀਂ ਕਰ ਲਿਆ। ਦੇਖੋ ਇਹ ਫਜਿੰਗ ਆਫ ਫਿਗਰਸ, ਵਿੰਡੋ ਡਰੈਸਿੰਗ ਇਹਨੂੰ ਕਿਹਾ ਜਾਂਦਾ ਇੰਗਲਿਸ਼। ਗੱਲ ਹੈ ਕਿ ਤੁਹਾਡੇ ਕੋਲੇ ਸੋਰਸ ਹੀ ਹੈ ਨਹੀਂ। ਸੋਰਸ ਆਫ ਰੈਵਨਿਊ ਕੀ ਹੈ? GST ਤਾਂ ਹੈ ਨਹੀਂ ਇਹਨਾਂ ਕੋਲੇ। ਕਿੱਦਾਂ ਕਰ ਲਿਆ? ਕੀਤਾ ਕੀ ਹੈ? ਮੈਨੂੰ ਇਹ ਸਮਝਾਓ ਨਾ। ਤੁਹਾਨੂੰ ਕੁਝ ਲੱਗਦਾ ਕੀਤਾ? ਪਰ ਭਗਵੰਤ ਮਾਨ ਹੋਰੀ ਕਹਿ ਰਹੇ ਨੇ ਕਿ ਅਸੀਂ ਕੇਂਦਰ ਦੇ ਨਾਲ ਮਿਲ ਕੇ ਚੱਲਾਂਗੇ ਤੇ ਉਸ ਤਰ੍ਹਾਂ ਨਾ ਪੰਜਾਬ ਦਾ ਵਿਕਾਸ ਕਰਾਵਾਂਗੇ। ਕੱਖ ਨਹੀਂ ਦਿੰਦੇ, ਉਹ ਡੱਕਾ ਨਹੀਂ ਦਿੰਦੇ। ਉਹ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ, ਉਹਨਾਂ ਦੇ ਨਾਲ ਭਾਈਵਾਲ ਸੀਗੇ, ਤਾਂ ਨਹੀਂ ਉਹਨਾਂ ਨੇ ਕੁਝ ਦਿੱਤਾ। ਇਹਨਾਂ ਨੂੰ ਉਹ ਕੀ ਦੇਣਗੇ? ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਲੱਗਦਾ ਕਿ ਵੱਧ ਅਧਿਕਾਰਾਂ ਬਿਨਾਂ ਪੰਜਾਬ ਦਾ ਹੱਲ ਨਹੀਂ ਹੈ ਹੀ ਨਹੀਂ। ਪੰਜਾਬ ਛੱਡੋ, ਬਾਕੀ ਸੂਬਿਆਂ ਨੂੰ ਵੀ ਹੱਲ ਹੈ ਨਹੀਂ। ਜਿਹੜੀ ਇਹ ਸੈਂਟਰਲਾਈਜੇਸ਼ਨ ਆਫ ਪਾਵਰ ਹੈ ਨਾ, ਦੇਖੋ ਇੱਕ ਗੱਲ ਸਮਝੋ, ਇਹ ਸਾਰੀਆਂ ਪ੍ਰੋਬਲਮਸ ਕਿਉਂ ਹੋ ਰਹੀਆਂ? ਇਹ ਆਈਡੀਓਲੋਜੀਕਲ ਪ੍ਰੋਬਲਮ ਹੈ। ਸਾਡੇ ਬਜ਼ੁਰਗਾਂ ਨੇ ਯੂਨੀਅਨ ਆਫ ਇੰਡੀਆ ਜੁਆਇਨ ਕੀਤੀ ਹੈ। ਇਸ ਮੁਲਕ ਦਾ ਜੇ ਅੱਜ ਵੀ ਕਾਨੂੰਨ ਚ ਨਾ, ਤੁਸੀਂ ਕਚਹਿਰੀ ਜਾ ਕੇ ਵੇਖ ਲਓ, ਜਦੋਂ ਸਰਕਾਰ ਨਾਲ ਝਗੜਾ ਹੁੰਦਾ ਹਿੰਦੁਸਤਾਨ ਦੀ ਸਰਕਾਰ ਨਾਲ, ਉੱਥੇ ਕੇਸ ਦਾ ਨਾਮ ਪੜ੍ਹਿਓ, ਉਹ ਕਹਿਣਗੇ ਫਲਾਣਾ ਸਿੰਘ ਵਰਸਸ ਯੂਨੀਅਨ ਆਫ ਇੰਡੀਆ। ਅਸੀਂ ਯੂਨੀਅਨ ਆਫ ਇੰਡੀਆ ਜੁਆਇਨ ਕੀਤੀ ਸੀ। ਸਾਡੇ ਬਜ਼ੁਰਗਾਂ ਨੇ ਉੱਜੜ ਕੇ ਇਸ ਹਿੰਦੁਸਤਾਨ ਦਾ ਸਾਥ ਲਿਆ, ਇਹ ਸੋਚ ਕੇ ਵੀ ਇਹ ਸੈਕੂਲਰ ਕੰਟਰੀ ਹੋਊਗਾ, ਯੂਨੀਅਨ ਆਫ ਇੰਡੀਆ ਹੋਊਗੀ। ਪਰ ਜਿਹੜੀਆਂ ਹਾਕਮ ਜਮਾਤਾਂ ਨੇ ਉਹ ਇਹਨੂੰ ਇੰਡੀਆ ਵਨ ਨੇਸ਼ਨ ਤੇ ਲੈ ਗਏ ਨੇ। ਯੂਨੀਅਨ ਆਫ ਇੰਡੀਆ ਹੈ, ਉਹਦੀ ਕੋਈ ਰੈਲੇਵੈਂਸੀ ਹੈ ਨਹੀਂ ਆਪਦੇ ਨੇਬਰਸ ਦੇ ਨਾਲ, ਔਰ ਹਰ ਨੇਬਰ ਨਾਲ ਲੜਾਈ ਹੈ, ਚਾਹੇ ਚੀਨ ਹੈ, ਚਾਹੇ ਪਾਕਿਸਤਾਨ ਹੈ। ਇਹ ਤਾਂ ਵੱਡੇ ਨੇ ਨਾ। ਨੇਪਾਲ, ਕਦੀ ਨੇਪਾਲ ਦਾ ਬਲੌਕੇਡ ਕਰ ਦਿੰਦੇ ਨੇ, ਕਦੀ ਭੂਟਾਨ, ਸ੍ਰੀਲੰਕਾ, ਲੰਕਾ ਜਿਹਨਾਂ ਨੂੰ ਕੋਈ ਵੜਦਾ ਨਹੀਂ, ਬੰਗਲਾਦੇਸ਼। ਤੁਸੀਂ ਇਹ ਦੇਖੋ ਕਿਉਂ ਲੋਕ ਅੱਜ ਹਰ ਬੰਦਾ, ਮੈਂ ਤੁਹਾਨੂੰ ਕੰਪੈਰੀਜ਼ਨ ਦੇ ਰਿਹਾ, ਬਿਕੋਜ਼ ਲੋਕ ਇਹ ਸੋਚਦੇ ਨੇ ਅਮਰੀਕਾ ਦੇ ਨਾਲ ਕਿਉਂ ਜੁੜਨਾ ਚਾਹੁੰਦੇ ਨੇ ਵੀ ਵੀ ਆਰ ਬੈਟਰ ਆਫ ਵਿਦ them, ਅਸੀਂ ਸਾਡਾ ਉੱਥੇ ਭਵਿੱਖ ਸਿਕਿਉਰ ਹੈ। ਇੱਥੋਂ ਲੋਕ ਟੁੱਟਣਾ ਕਿਉਂ ਚਾਹੁੰਦੇ ਨੇ ਵੀ ਸਾਡਾ ਭਵਿੱਖ ਨਹੀਂ ਸਿਕਿਉਰ ਦਿਸਦਾ। ਸਾਡੇ ਤੇ ਜਿਹੜੇ ਕਾਨੂੰਨ ਬਣਾਏ ਨੇ, ਅੱਜ ਤੁਸੀਂ, ਤੁਹਾਡਾ ਪਿੰਡ ਹੈ, ਤੁਸੀਂ ਅੱਜ ਅਮਰੀਕਾ ਚਲੇ ਜਾਓ, ਇੰਗਲੈਂਡ ਚਲੇ ਜਾਓ, ਆਸਟ੍ਰੇਲੀਆ ਚਲੇ ਜਾਓ, ਉੱਥੇ ਖੂਬ ਦੌਲਤ ਕਮਾ ਲਓ, ਉੱਥੋਂ ਦਾ ਪਾਸਪੋਰਟ ਲੈ ਲਓ, ਤੁਸੀਂ ਵਾਪਸ ਆ ਕੇ ਆਪਣੇ ਪਿੰਡ 'ਚ ਕਿੱਲਾ ਜ਼ਮੀਨ ਨਹੀਂ ਖਰੀਦ ਸਕਦੇ। ਤੁਹਾਨੂੰ ਪਤਾ ਇਸ ਕਾਨੂੰਨ ਦਾ? ਤੇ ਫਿਰ ਇੱਥੇ ਸਾਡੇ ਇਨਵੈਸਟਮੈਂਟ ਕਿੱਥੋਂ ਆਉਣੀ ਹੈ? ਸਾਡੇ ਕੋਲ ਪੈਸਾ ਕਿੱਥੋਂ ਆਉਣਾ ਹੈ? ਇਹ ਜਿਹੇ ਕਾਨੂੰਨਾਂ ਦੀ ਕੀ ਲੋੜ ਹੈ? ਇਹ ਤੁਹਾਨੂੰ ਗੁਰਬਤ 'ਚ ਧੱਕ ਰਹੇ ਕਾਨੂੰਨ। ਤੁਸੀਂ ਅੱਜ ਆਪਦੀ ਜਿੰਸ ਨਹੀਂ ਐਕਸਪੋਰਟ ਕਰ ਸਕਦੇ। ਜਿਹੜਾ ਇਹਨਾਂ ਨੇ ਕਿਹਾ ਜੀ ਇੰਡੀਆ ਨੂੰ ਭੁੱਖਾ ਮਰ ਰਿਹਾ ਹੈ,
60s ਦੇ ਵਿੱਚ, ਸਾਨੂੰ ਅੰਨ ਪੈਦਾ ਕਰਕੇ ਦਿਓ। ਇੰਦਰਾ ਕਹਿੰਦੀ ਸੀ ਭਈ ਅਮਰੀਕਾ ਬਹੁਤ ਜ਼ਲੀਲ ਕਰਦਾ ਜਦੋਂ ਅਸੀਂ ਕਣਕ ਲੈਣ ਜਾਂਦੇ ਹਾਂ। ਪੰਜਾਬ ਨੇ ਕਿਹਾ ਅਸੀਂ ਤੁਹਾਡਾ ਢਿੱਡ ਭਰਾਂਗੇ। ਪੰਜਾਬ ਨੇ ਢਿੱਡ ਭਰਿਆ ਹਿੰਦੁਸਤਾਨ ਦਾ, ਸਰਪਲਸ ਕਰਤਾ ਫੂਡ ਗ੍ਰੇਨਸ ਦੇ ਵਿੱਚ। ਤੇ ਪੰਜਾਬ ਨੂੰ ਕੀ ਮਿਲਿਆ? ਗੁਰਬਤ ਔਰ ਗਰੀਬੀ। ਕਦੀ ਸੋਚਿਆ? ਫਸਟ ਨੇਸ਼ਨ ਕੰਟਰੀਜ਼ ਦੇ ਨਾਲ ਪੈਰ ਨਾਲ ਪੈਰ ਮਿਲਾ ਕੇ ਚੱਲਣ ਦੇ ਨੀਤੀਆਂ ਵੀ ਉਸ ਤਰ੍ਹਾਂ ਦੀਆਂ ਰੱਖਣੀਆਂ ਪੈਣਗੀਆਂ। ਤੁਸੀਂ ਇਹ ਦੱਸੋ, ਮੈਂ ਤੁਹਾਨੂੰ ਦੱਸ ਰਿਹਾ ਵੀ ਪੰਜਾਬ ਗੁਰਬਤ ਔਰ ਗਰੀਬੀ 'ਚ ਕਿਉਂ ਹੈ? ਜਦੋਂ ਸਾਰੇ ਹਿੰਦੁਸਤਾਨ ਨੂੰ ਅੰਨ ਦਿੱਤਾ ਪੈਦਾ ਕਰਕੇ, ਕਿਉਂਕਿ ਜਿਹੜਾ ਐਗਰੀਕਲਚਰ ਮਾਡਲ ਹੈ ਨਾ, ਉਹੀ ਡਿਫੈਕਟਿਵ ਹੈ ਜਿਹੜਾ ਸਾਨੂੰ ਦਿੱਤਾ ਗਿਆ। ਕੋਈ ਵੀ ਵਪਾਰ ਹੈ, ਕੋਈ ਵੀ ਇੰਡਸਟਰੀ ਹੈ, ਉਹਦੇ ਵਿੱਚ ਚੀਜ਼ ਥੋਕ 'ਚ ਲਈ ਜਾਂਦੀ ਹੈ ਤੇ ਪਰਚੂਨ 'ਚ ਵੇਚੀ ਜਾਂਦੀ ਹੈ ਜੀ। ਆਹੀ ਹੁੰਦਾ ਨਾ ਹੱਟੀ ਵਾਲਾ। ਜਿਹੜਾ ਐਗਰੀਕਲਚਰ ਮਾਡਲ ਪੰਜਾਬ ਕੋਲੇ ਅੱਜ ਹੈਗਾ ਜਾਂ ਇਸ ਮੁਲਕ 'ਚ ਹੈਗਾ, ਅੱਜ ਇਸ ਮੁਲਕ ਦਾ ਕਿਸਾਨ ਕਿਉਂ ਗੁਰਬਤ 'ਚ ਹੈ? ਉਹ ਹਰ ਚੀਜ਼ ਪਰਚੂਨ 'ਚ ਲੈਂਦਾ ਤੇ ਥੋਕ 'ਚ ਵੇਚਦਾ। ਉਹਦੀ ਜਿਹੜੀ ਪਰਚੇਜ਼ ਹੈ ਉਹ ਹੋਲਸੇਲ ਦੇ ਨਹੀਂ ਹੈਗੀ। ਸੋ ਇਕਨੋਮਿਕ ਮਾਡਲ ਡਿਫੈਕਟਿਵ ਹੈ ਮੇਰੀ ਸਮਝ ਦੇ ਮੁਤਾਬਕ। ਜਦ ਤੱਕ ਐਗਰੀਕਲਚਰ ਮਾਡਲ ਸਾਰਾ ਇਸ ਖਿੱਤੇ ਦਾ ਰੀਸਟਰਕਚਰ ਨਹੀਂ ਹੁੰਦਾ ਔਰ ਟ੍ਰੇਡ ਨਹੀਂ ਖੁੱਲਦਾ, ਸੈਂਟਰਲ ਏਸ਼ੀਆ, ਪਾਕਿਸਤਾਨ ਦੇ ਨਾਲ ਬਾਰਡਰ ਖੁੱਲ੍ਹ, ਸੈਂਟਰਲ ਏਸ਼ੀਆ ਪੂਰੇ ਸੈਂਟਰਲ ਏਸ਼ੀਆ ਨਾਲ ਜਿਹੜਾ ਸਾਡਾ ਟ੍ਰੈਡੀਸ਼ਨਲ ਟਾਈ ਅਪ ਹੈਗਾ, ਸਾਡੀ ਜ਼ਬਾਨ ਹੈ। ਕਦੀ ਸਾਡੀ ਜ਼ਬਾਨ 'ਚ ਅਖਾਣ ਹੁੰਦੇ ਨੇ, ਮੈਂ ਤੁਹਾਨੂੰ ਸਾਰੀ ਗੱਲ ਬੜੀ ਐਵੀਡੈਂਸ ਨਾਲ ਕਰ ਰਿਹਾ। ਕਦੀ ਉਹਦੇ 'ਚ ਲਖਨਊ ਦਾ ਨਾਂ ਸੁਣਿਆ? ਕਦੀ ਜੈਪੁਰ ਦਾ ਨਾਂ ਸੁਣਿਆ? ਕਦੀ ਮਦਰਾਸ ਦਾ ਨਾਂ ਸੁਣਿਆ? ਤੁਹਾਡੀ ਜ਼ੁਬਾਨ 'ਚ ਕੀ ਹੈ? ਕਾਬਲ ਜੰਮਿਆਂ ਨੂੰ ਨਿੱਤ ਮਹਿਮਾ। ਤੁਹਾਡੀ ਜ਼ੁਬਾਨ 'ਚ ਕੀ ਹੈ? ਜਿਹੜਾ ਸੁਖ ਛੱਜੂ ਦੇ ਚੁਬਾਰੇ ਨਾ ਬਲਖ ਨਾ ਬੁਖਾਰੇ, ਹੈ ਨਾ। ਤੁਹਾਡੀ ਜ਼ੁਬਾਨ 'ਚ ਮੱਕਾ ਹੈ, ਤੁਹਾਡੀ ਜ਼ੁਬਾਨ 'ਚ ਮਦੀਨੇ ਦਾ ਨਾਂ ਹੈ, ਤੁਹਾਡੀ ਜ਼ੁਬਾਨ 'ਚ ਮਿਸਰ ਦਾ ਨਾਂ ਹੈ, ਤੁਹਾਡੀ ਜ਼ੁਬਾਨ 'ਚ ਬਗਦਾਦ ਦਾ ਨਾਮ ਹੈ। ਕਿਉਂਕਿ ਤੁਹਾਡਾ ਜਿਹੜਾ, ਮੈਂ ਇਹ ਗੱਲ ਤੁਹਾਨੂੰ ਐਗਜ਼ਾਮਪਲ ਇਸ ਕਰਕੇ ਦਿੱਤੀ ਹੈ ਕਿ ਜਿਹੜਾ ਤੁਹਾਡਾ ਨੈਚੁਰਲ ਵਹਾ ਹੈ ਉਹ ਸੈਂਟਰਲ ਏਸ਼ੀਆ ਔਰ ਮਿਡਲ ਈਸਟ ਨੂੰ ਹੈ, ਜਮਨਾ ਪਾਰ ਨਾਲ ਨਹੀਂ ਹੈਗਾ। ਪਰ ਜੁੜੇ ਤਾਂ ਜਮਨਾ ਪਾਰ ਦੇ ਨਾਲ। ਇਹ ਤਾਂ ਹੁਣ ਇੱਕ ਪਿਛਲੇ 70 ਸਾਲ ਤੋਂ ਇੱਕ ਬਣ ਗਈ ਨਾ ਪ੍ਰੋਬਲਮ। ਇਹੀ ਤਾਂ ਕਹਿੰਦੇ ਕਿ ਜਿਹੜਾ ਤੁਹਾਡਾ ਨੈਚੁਰਲ ਵਹਾ ਹੈ, ਉਹ ਜਿਹੜਾ ਆਰਟੀਫਿਸ਼ੀਅਲ ਰੈੱਡ ਕਲਿਫ ਲਾਈਨ ਬਣਾਤੀ ਇਹਨਾਂ ਨੇ, ਹਿੰਦੁਸਤਾਨ ਪਾਕਿਸਤਾਨ ਦਾ ਬਾਰਡਰ ਹੈ, ਉਹਦੇ ਨਾਲ ਰੁਕ ਗਿਆ। ਸਾਨੂੰ ਬੜੀ ਵੱਡੀ ਸਮੱਸਿਆ ਇਹ। ਅਸੀਂ ਜਿਹੜੀ ਸਾਡੀ ਲੈਂਡ ਆਫ ਬਰਥ ਹੈ, ਉਹ ਹੈਗਾ ਰਹਿੰਦਾ ਪੰਜਾਬ, ਉਹਦੇ ਤੋਂ ਸਾਨੂੰ ਖਤਮ ਕਰ ਦਿੱਤਾ ਗਿਆ 1947 'ਚ। ਸਾਡਾ ਖੁਰਾ ਖੋਜ ਮਿਟਾ ਦਿੱਤਾ ਗਿਆ, ਸਾਡੀ ਐਥਨਿਕ ਕਲੈਂਜ਼ਿੰਗ ਹੋਈ ਆ ਉੱਥੋਂ। ਔਰ ਜੋ ਹੁਣ ਹਿਜਰਤ ਇੱਥੋਂ ਹੋ ਰਹੀ ਹੈ, ਹੁਣ ਅਸੀਂ ਇਸ ਪੰਜਾਬ 'ਚੋਂ ਵੀ ਹਿਜਰਤ ਹੋ ਰਹੀ ਹੈ। ਅਸੀਂ ਤੁਰੇ ਜਾ ਰਹੇ ਹਾਂ, ਸਭ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ। ਸੋ ਜੇ ਪੰਜਾਬ 'ਚ ਪੰਜਾਬੀ ਨਹੀਂ ਰਹਿਣਾ, ਜੇ ਸਿੱਖੀ ਜਿਸ ਤਰ੍ਹਾਂ ਬੁੱਧਿਜ਼ਮ ਸ਼ੰਕਰਾਚਾਰਿਆ ਨੇ ਦੇ ਵੇਲੇ ਇਸ ਧਰਤੀ ਤੋਂ ਹਿਜਰਤ ਕਰ ਗਿਆ, ਇਹ ਚਾਹੁੰਦੇ ਨੇ ਸਿੱਖੀ ਨਾਲ ਵੀ ਆਹੀ ਕੁਛ ਕੀਤਾ ਜਾਵੇ। ਸੋ ਬਹੁਤ ਡੀਪ ਮਸਲੇ ਨੇ। ਇਹ ਇਕੱਲਾ ਇੱਕ ਛੋਟਾ ਜਿਹਾ ਭਗਵੰਤ ਮਾਨ ਦੀ ਇਸ ਜ਼ਮੀਨ ਦਾ ਮਸਲਾ ਨਹੀਂ ਹੈ, ਇਹ ਜ਼ਮੀਨਾਂ ਦਾ, ਨਸਲਾਂ ਦਾ ਮਸਲਾ ਹੈ। ਔਰ ਇਹ ਆਪਦੀ ਇਹਨਾਂ ਦੀ ਮੰਦਬੁੱਧੀ ਸੀ, ਜਿਹੜੀ ਇਹਨਾਂ ਦੀ ਨਲਾਇਕੀ, ਇਹਨਾਂ ਨੇ ਇਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ। ਔਰ ਇਹਨਾਂ ਦਾ ਇਹ ਐਕਸਪੋਜ਼ ਹੋ ਗਏ ਨੇ, ਜਿਹੜੀ ਇਹਨਾਂ ਦੀ ਪਾਲਿਸੀ ਹੈ ਲੋਕਾਂ ਦੀਆਂ ਜ਼ਮੀਨਾਂ ਖੋਹਣ ਨੂੰ। ਮਾਨ ਸਾਹਿਬ, ਆਖਰੀ ਸਵਾਲ ਹੈ ਕਿ ਜੋ ਗੱਲ ਤੁਸੀਂ ਆਖ ਰਹੇ ਹੋ, ਉਹ ਸੱਤਾ 'ਚੋਂ ਬਾਹਰ ਹੋਣ ਤੋਂ ਬਾਅਦ ਕਾਂਗਰਸ ਆਖ ਰਹੀ ਹੈ ਕਿ ਭਾਰਤ ਰਾਜਾਂ ਦਾ ਸਮੂਹ ਹੈ, ਇੱਕ ਦੇਸ਼ ਨਹੀਂ। ਰਾਹੁਲ ਗਾਂਧੀ ਨੇ ਲੋਕ ਸਭਾ ਦੇ ਵਿੱਚ ਇਹ ਗੱਲ ਆਖੀ ਸੀ। ਸੱਤਾ ਦੇ ਵਿੱਚ ਹੁੰਦਿਆਂ ਹੋਇਆ ਨਹੀਂ ਆਖੀ, ਸੱਤਾ ਦੇ ਵਿੱਚ ਹੁੰਦਿਆਂ ਉਹ ਵੀ ਵਨ ਨੇਸ਼ਨ ਵਾਲੀ ਪਾਲਿਸੀ 'ਤੇ ਚੱਲੇ। ਕੀ ਲੱਗਦਾ ਹੈ ਕਿ ਜਿਹੜੀਆਂ ਵਿਰੋਧੀ ਧਿਰਾਂ ਹੁਣ ਮੌਜੂਦਾ ਹੈਗੀਆਂ ਨੇ, ਉਹਨਾਂ ਦੇ ਨਾਲ ਕਦੇ ਤੁਹਾਡਾ ਕੋਈ ਤਾਲਮੇਲ ਹੋ ਸਕਦਾ, ਮਿਲ ਕੇ ਤੁਸੀਂ ਚੱਲ ਸਕਦੇ ਉਹਨਾਂ ਦੇ ਨਾਲ? ਜਿਹੜਾ ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਸੀਗਾ, ਉਹ ਫੈਡਰਲ ਸਟਰਕਚਰ ਦਾ ਸੀਗਾ। ਉਹਦੇ ਵਿੱਚ ਜਿਹੜੀ ਇੰਡੀਅਨ ਸਟੇਟ ਹੈ ਨਾ, ਉਹ ਚਾਹੇ ਕਾਂਗਰਸ ਹੋਵੇ ਚਾਹੇ ਬੀਜੇਪੀ ਹੋਵੇ, ਉਹ ਕਦੀ ਵੀ ਇਹ ਯੂਨਸੈਂਟਰਿਸਟ ਏਜੰਡੇ ਨਾਲ ਚੱਲਦੀਆਂ ਨੇ। ਇਹਦਾ ਜਿਹੜੀਆਂ ਖੇਤਰੀ ਪਾਰਟੀਆਂ ਨੇ ਨਾ, ਚਾਹੇ ਸਾਊਥ ਦੀਆਂ ਨੇ, ਚਾਹੇ ਈਸਟ ਦੀਆਂ, ਚਾਹੇ ਅਸੀਂ ਹਾਂ, ਚਾਹੇ ਕਸ਼ਮੀਰ ਹੈ, ਇਹਨਾਂ ਨੂੰ ਇਕਜੁੱਟ ਹੋਣਾ ਪਊਗਾ। ਬਟ ਉਹਨਾਂ 'ਤੇ ਤਸ਼ੱਦਦ, ਉਹਨਾਂ ਨੂੰ ਉਲਝਾਇਆ ਹੀ ਇੰਨਾ ਜ਼ਿਆਦਾ ਪਿਆ
ਈਸਟ 'ਚ ਵੀ ਦੇਖ ਲਓ ਪਿਛਲੇ 50 ਸਾਲ ਤੋਂ 60 ਸਾਲ ਤੋਂ ਅਸਾਮ ਤੋਂ ਅਨਸਟੇਬਿਲਿਟੀ ਹੈ। ਕਸ਼ਮੀਰ 'ਚ ਪਿਛਲੇ 40 ਸਾਲ ਤੋਂ ਇਹ ਹਾਲ ਹੈ। ਪੰਜਾਬ ਵੈਸੇ ਹੀ ਡਿਸਸੈਟਿਸਫਾਈਡ ਹੈ। ਪੰਜਾਬ 'ਚ ਕਦੀ ਵੀ ਦਿਲੋਂ ਇਹ ਨਹੀਂ ਸਕੂਨ ਪਈ ਕੋਈ 10-20 ਹਜ਼ਾਰ ਬੰਦੇ ਨੂੰ ਛੱਡ ਦਿਓ ਜਿਹੜਾ ਕਾਂਗਰਸ ਦੀਆਂ ਇਹਨਾਂ ਨਾਲ ਹਾਕਮ ਜਮਾਤਾਂ ਨਾਲ ਰਲੇ ਨੇ। ਸੋ ਇਹ ਤਾਂ ਜ਼ਿਆਦਾ ਇਹ ਆਪ ਸੁਧਾਰਨ ਆਪਣੇ ਆਪ ਨੂੰ ਇੰਡੀਅਨ ਸਟੇਟ ਇਹ ਸਮਝੇ। ਜੇ ਇਹਨਾਂ ਨੇ ਦੂਜੀਆਂ ਘੱਟ ਗਿਣਤੀਆਂ ਨੂੰ ਜਾਂ ਜਿਹੜੀਆਂ ਘੱਟ ਗਿਣਤੀ ਜ਼ਬਾਨ ਬੋਲਣ ਵਾਲਿਆਂ ਨੂੰ, ਚਾਹੇ ਉਹ ਹਿੰਦੂ ਹੀ ਨੇ ਸਾਊਥ ਇੰਡੀਆ ਦੇ, ਜੇ ਉਹਨਾਂ ਨੂੰ ਅਡਾਪਟ ਨਹੀਂ ਕਰਨਾ। ਅਸੀਂ ਤਾਂ ਅਡਾਪਟ ਹੋਣ ਆਏ ਸੀ, ਸਾਡੇ ਬਜ਼ੁਰਗ ਇਸ ਮੁਲਕ 'ਚ ਪਾਕਿਸਤਾਨ ਤੋਂ ਉੱਠ ਕੇ, ਇਹਨਾਂ ਨੇ ਅਡਾਪਟ ਕੀਤਾ ਨਹੀਂ। ਸੋ ਇਹ ਜੇ ਤਾਂ ਅਡਾਪਟ ਕਰ ਲੈਣਗੇ ਠੀਕ ਹੈ, ਨਹੀਂ ਤਾਂ ਕੋਈ ਇੰਡੀਅਨ ਯੂਨੀਅਨ ਇੰਡੀਅਨ ਨੇਸ਼ਨ ਨਹੀਂ ਬਣ ਸਕਦੀ ਜੀ। ਸੋ ਮੇਰਾ ਤਾਂ ਇਹੀ ਲਾਸਟ ਹੈਗਾ। ਬਹੁਤ ਬਹੁਤ ਧੰਨਵਾਦ ਤਾਂ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਤਾਂ ਗੱਲਬਾਤ ਕੀਤੀ ਹੈ ਕੁਸ਼ਲਪਾਲ ਸਿੰਘ ਮਾਨ ਜੀ ਦੇ ਨਾਲ, ਜਿਨ੍ਹਾਂ ਨੇ ਆਖਿਆ ਕਿ ਭਾਰਤ ਰਾਜਾਂ ਦਾ ਸਮੂਹ ਹੈ, ਇਸ ਨੂੰ ਕਦੇ ਵੀ ਇੱਕ ਨੇਸ਼ਨ ਜਾਂ ਇੱਕ ਪਾਲਿਸੀ ਦੇ ਨਾਲ ਨਹੀਂ ਚਲਾਇਆ ਜਾ ਸਕਦਾ ਜਦੋਂ ਤੱਕ ਘੱਟ ਗਿਣਤੀਆਂ ਨੂੰ ਜਾਂ ਸਟੇਟਸ ਨੂੰ, ਦਿੱਲੀ ਜਾਂ ਕੇਂਦਰ ਸਟੇਟਸ ਨੂੰ ਜੋ ਸਪੇਸ ਬਣਦੀ ਹੈ ਜਾਂ ਸਪੇਸ ਉਹਨਾਂ ਦੀ ਹੈ ਉਹ ਸਪੇਸ ਨਹੀਂ ਦਿੰਦਾ, ਉਦੋਂ ਤੱਕ ਭਾਰਤ ਦੇ ਵਿੱਚ ਇੱਕ ਸਥਾਈ ਸ਼ਾਂਤੀ ਨਹੀਂ ਬਹਾਲ ਰੱਖੀ ਜਾ ਸਕਦੀ। ਤੇ ਜੇਕਰ ਦਿੱਲੀ ਇਹ ਗੱਲਾਂ ਨੂੰ ਸਮਝੇ ਤਾਂ ਜਾ ਕੇ ਕਿਤੇ ਦਿੱਲੀ ਅਤੇ ਬਾਕੀ ਰਾਜਾਂ ਦਾ ਜਿਹੜਾ ਚੰਗਾ ਗਠਬੰਧਨ ਆ ਉਹ ਬਣ ਕੇ ਇਹ ਇੱਕ ਚੰਗਾ ਦੇਸ਼ ਆ, ਫਸਟ ਨੇਸ਼ਨ ਕੰਟਰੀਜ਼ ਦੇ ਵਿੱਚ ਆ ਕੇ ਇਹ ਭਾਰਤ ਮਿਲ ਸਕਦਾ ਆ। ਤਾਂ ਤੁਸੀਂ ਬਣੇ ਰਹੋ ਪੰਜਾਬ KTV ਦੇ ਨਾਲ। ਕੈਮਰਾਮੈਨ ਸਹਿਯੋਗੀ ਰਾਮ ਕੁਮਾਰ ਦੇ ਨਾਲ ਮੈਂ ਮਨਦੀਪ ਸਿੰਘ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।